First of all, good afternoon, namaskar. I welcome everybody ਕਿ ਅੱਜ ਆਪਾਂ ਇਸ ਕਰੋਨਾ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਮੀਟਿੰਗਸ ਔਨ ਟਾਈਮ ਕਰ ਰਹੇ ਹਾਂ, ਰੈਗੂਲਰ ਕਰ ਰਹੇ ਹਾਂ ਔਰ ਜੋ ਸਾਡੇ ਮੈਂਬਰ ਦੀ ਸਮੱਸਿਆਵਾਂ ਨੇ ਉਹਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸੋਲਵ ਕਰਨ ਦੀ। ਪਲੱਸ ਸਾਡੇ ਵੀ ਦਿਮਾਗ 'ਚ ਕੋਈ ਚੀਜ਼ ਆਉਂਦੀ ਹੈ ਉਹ ਵੀ ਅਸੀਂ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਤੋਂ ਇਲਾਵਾ ਵੀ ਤਕਰੀਬਨ ਡੇਲੀ ਕੁਛ ਨਾ ਕੁਛ ਕਮਲ ਜੀ ਵੱਲੋਂ ਐਸੇ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਂਦੇ ਨੇ ਜਿਹੜੇ ਕਿ ਆਪਣੀ ਇੰਡਸਟਰੀ ਵਾਸਤੇ ਤਾਜ਼ਾ ਪ੍ਰੈਜ਼ੈਂਟ ਜੋ ਸਰਕਮਸਟੈਂਸਿਸ ਆ ਉਹਨਾਂ ਲਈ ਔਰ ਫਿਊਚਰ ਕੀ ਹੋਣ ਵਾਲਾ ਪ੍ਰਿੰਟਿੰਗ ਦਾ ਰਿਲੇਟਿਡ ਟੂ ਪ੍ਰਿੰਟਿੰਗ ਇੰਡਸਟਰੀ ਕਿੱਦਾਂ ਸਾਨੂੰ ਕੰਮ ਕਰਨਾ ਚਾਹੀਦਾ। ਕੋਈ ਨਾ ਕੋਈ ਉਹਦੇ 'ਤੇ ਸੈਮੀਨਾਰ ਕੋਈ ਨਾ ਕੋਈ ਉਹਦੇ 'ਤੇ ਪ੍ਰੋਗਰਾਮ ਰੋਜ਼ ਕਮਲ ਜੀ ਆਰਗੇਨਾਈਜ਼ ਕਰਦੇ ਨੇ ਜਿਹੜੇ ਕਿ ਸਾਡੀ ਨੌਲੇਜ ਨੂੰ ਵੀ ਵਧਾਉਂਦਾ ਔਰ ਮਾਰਗਦਰਸ਼ਨ ਵੀ ਕਰਦਾ ਕਿ ਸਾਡਾ ਫਿਊਚਰ ਕੀ ਆ, ਦੁਨੀਆ ਕਿੱਧਰ ਚੱਲ ਰਹੀ ਹੈ, ਸਾਡੇ ਬਾਕੀ ਕੰਟਰੀ ਦੇ ਵਿੱਚ ਪ੍ਰਿੰਟਰਸ ਕੀ ਕਰ ਰਹੇ ਆ। ਸੋ ਆਈ ਥਿੰਕ OPA ਦਾ ਜਿਹੜਾ ਸਹੀ ਮਕਸਦ ਹੈਗਾ ਟੂ ਐਜੂਕੇਟ ਆਵਰ ਮੈਂਬਰਸ ਐਂਡ ਉਹਨਾਂ ਦੀਆਂ ਸਮੱਸਿਆਵਾਂ ਜੋ ਸਾਨੂੰ ਸਰਕਾਰ ਵੱਲੋਂ ਕੋਈ ਨਵੀਆਂ ਸਕੀਮਾਂ ਦੇ ਰਾਹੀਂ ਸਾਡੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਰਿਹਾ ਉਹ ਵੀ ਅਸੀਂ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਮੇਰੇ ਵੈਲਕਮ ਐਡਰੈਸ ਇੰਨੇ ਹੀ ਆ। ਬਾਕੀ ਮੈਂ ਕਮਲ ਜੀ ਨੂੰ ਕਹੂੰਗਾ ਕਿ ਉਹ ਮੀਟਿੰਗ ਨੂੰ ਹੁਣ ਐਜ਼ ਪਰ ਏਜੰਡਾ ਅੱਗੇ ਵਧਾਉਣ ਔਰ ਸ਼ੁਰੂਆਤ ਕਰਨ। ਥੈਂਕ ਯੂ। ਥੈਂਕ ਯੂ ਪ੍ਰਧਾਨ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਸਾਡਾ ਜਿਹੜਾ ਮੇਨ ਮਕਸਦ ਤਾਂ ਇਨਫੋਰਮੇਸ਼ਨ ਪਹੁੰਚਾਉਣਾ ਹੀ ਹੈ ਔਰ ਅੱਜ ਕੀ ਸੀ ਸੈਟਰਡੇ ਸੰਡੇ ਗਵਰਨਮੈਂਟ ਨੇ ਰਿਸਟ੍ਰਿਕਸ਼ਨ ਕੀਤੀ ਕਿ ਕੋਈ ਮੂਵਮੈਂਟ ਨਹੀਂ ਹੋਣੀ, ਇਸ ਕਰਕੇ ਵੀ ਹੈਵ ਟੂ ਆਰਗੇਨਾਈਜ਼ ਦਿਸ ਮੀਟਿੰਗ ਆਨਲਾਈਨ। ਵੈਸੇ ਅਸੀਂ ਕੋਰ ਕਮੇਟੀ ਫਿਜ਼ੀਕਲ ਮੀਟਿੰਗਾਂ ਸ਼ੁਰੂ ਕਰ ਡਿਊ ਟੂ ਗਵਰਨਮੈਂਟ ਇੰਸਟਰਕਸ਼ਨ ਇਹ ਮੀਟਿੰਗ ਅਸੀਂ ਫਿਜ਼ੀਕਲ ਨਹੀਂ ਕਰ ਪਾਏ, ਇਸ ਕਰਕੇ ਅਸੀਂ ਇਹਨੂੰ ਪਲਾਨ ਕੀਤਾ ਕਿ ਅਸੀਂ ਆਨਲਾਈਨ ਕਰੀਏ। ਜਿਹੜੀ ਸਾਡੀ ਇਸ ਤੋਂ ਪਹਿਲੀ ਮੀਟਿੰਗ ਹੈ ਸਰ ਉਹ ਹੋਈ ਸੀ, ਉਹ ਵੀ ਆਨਲਾਈਨ ਹੋਈ ਸੀ 19 ਮਈ ਨੂੰ। 19 ਮਈ ਦੀ ਰਿਪੋਰਟ ਅਸੀਂ ਨਾਲ ਦੇ ਨਾਲ ਹੀ ਬ੍ਰੌਡਕਾਸਟ ਕਰਤੀ ਸੀ। ਅੱਜ ਅਸੀਂ ਬ੍ਰੌਡਕਾਸਟ ਨਹੀਂ ਕਰਦੇ ਕਿਉਂਕਿ ਥੋੜੀ ਉਹ ਪ੍ਰੋਬਲਮ ਆ ਰਹੀ ਹੈ ਤੇ ਫਿਰ ਅਸੀਂ ਦੁਬਾਰਾ ਸਰਕੂਲੇਟ ਕਰ ਦਾਂਗੇ। 19 ਮਈ ਦੀ ਮੀਟਿੰਗ ਹੋਈ ਸੀ, ਉਹ ਵੀ ਲਾਕਡਾਊਨ ਦੇ ਵਿੱਚ ਹੋਈ ਸੀ। ਜੀ ਪਲੇਟਫਾਰਮ ਦੇ 13 ਮੈਂਬਰ ਆਏ ਸੀ ਉਹਦੇ ਵਿੱਚ ਔਰ ਇਸ ਤੋਂ ਇਲਾਵਾ ਅਸੀਂ ਇੱਕ GB ਮੀਟਿੰਗ ਵੀ ਕੀਤੀ ਸੀ ਜਿਹਦੇ 47 ਮੈਂਬਰ ਆਏ ਸੀ 27 ਅਪ੍ਰੈਲ ਨੂੰ। ਹੁਣ ਲਾਕਡਾਊਨ ਕਿਉਂਕਿ ਪੋਸੀਬਲ ਨਹੀਂ ਹੈ ਕੋਈ ਇਵੈਂਟ ਵਗੈਰਾ ਕਰਨਾ, ਇਸ ਕਰਕੇ ਇਵੈਂਟ ਤਾਂ ਅਸੀਂ ਕੋਈ ਪ੍ਰੋਪਰ ਨਹੀਂ ਪਲਾਨ ਕਰ ਪਏ। ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਆਪਣੀ ਐਕਟੀਵਿਟੀ ਚਾਲੂ ਰੱਖੀਆਂ ਇਸ ਪੀਰੀਅਡ ਦੇ ਵਿੱਚ। ਮੈਂ ਪੀਰੀਅਡ ਗੱਲ ਕਰ ਰਿਹਾ 19 ਮਈ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਪੀਰੀਅਡ ਹੈ 1 ਮਹੀਨੇ ਦਾ, ਅਸੀਂ ਫਿਰ ਵੀ ਆਪਣੀ ਐਕਟੀਵਿਟੀ ਜ਼ਿਆਦਾ ਜਾਰੀ ਰੱਖੀਆਂ ਔਰ ਇਸ ਦੇ ਦੌਰਾਨ ਇਸ ਮਹੀਨੇ ਦੇ ਵਿੱਚ ਅਸੀਂ 7 ਵੈਬਿਨਾਰ ਮੀਟਿੰਗਾਂ ਕੀਤੀਆਂ ਜਿਹੜੀਆਂ ਉਹਨੇ ਪ੍ਰਧਾਨ ਜੀ ਤੁਹਾਨੂੰ ਦੱਸ ਵੀ ਰਹੇ ਸੀ ਵੇਲੇ। ਉਹ ਨੈਸ਼ਨਲ ਲੈਵਲ ਮੀਟਿੰਗ ਹੈ। ਇਹਨਾਂ ਵਿੱਚ ਅਸੀਂ ਇੱਕ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਇਨ ਪ੍ਰਿੰਟਿੰਗ ਕੀਤਾ, ਪ੍ਰਿੰਟ ਵੰਡਰਸ, ਜਿਹੜਾ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਐਗਜ਼ੈਕਟਿਵ ਦੀ ਸੈਂਕਸ਼ਨ ਵੀ ਲਈ ਸੀ। ਉਹਦੇ ਵਿੱਚ ਮੈਕਰੋ ਸਪੈਕਟਰਮ ਸਕੈਨ ਮੁੰਬਈ ਉਸ ਨੂੰ ਉਹ ਜਿੱਤੇ ਔਰ 1 ਲੱਖ ਰੁਪਏ ਦਾ ਪ੍ਰਾਈਜ਼ ਉਹਨਾਂ ਨੂੰ ਦਿੱਤਾ ਗਿਆ। ਉਹ ਇਵੈਂਟ ਸੁਪਰ ਸੰਡੇ ਦੇ ਨਾਂ ਤੇ ਸੈਲੀਬ੍ਰੇਟ ਕੀਤਾ ਗਿਆ। ਉਹਦੇ 'ਚ ਐਂਟਰਟੇਨਮੈਂਟ ਸਲੌਟ ਵੀ ਸੀ ਜਿੰਦੇ 'ਚ ਅਸੀਂ ਉਹ ਮੈਜੀਸ਼ੀਅਨ ਨੂੰ ਬੁਲਾਇਆ ਸੀ, ਉਹ ਥੋੜਾ ਐਂਟਰਟੇਨਮੈਂਟ ਸਲੌਟ ਵੀ ਕਰਦਾ ਸੀਗਾ। ਇਹ ਇਵੈਂਟ ਸਾਰੇ ਇੰਡੀਆ 'ਚ ਨਹੀਂ ਵਰਲਡ ਓਵਰ ਪ੍ਰੇਜ਼ ਕੀਤਾ ਗਿਆ। ਵੀ ਆਰ ਰਿਸੀਵਿੰਗ ਲੈਟਰਸ ਫਰੋਮ ਵਰਲਡ ਓਵਰ ਇਨ ਪ੍ਰੇਜ਼ ਆਫ ਦਿਸ। ਇਸ ਦੇ ਨਾਲ ਹੀ ਮੈਂ ਦੱਸਣਾ ਚਾਹੂੰਗਾ ਕਿ ਲਾਕਡਾਊਨ ਦੇ ਦੌਰਾਨ ਅਸੀਂ ਟੋਟਲ 27 ਵੈਬਿਨਾਰ ਕੀਤੇ, ਇਹਨਾਂ 7 ਨੂੰ ਮਿਲਾ ਕੇ 27 ਵੈਬਿਨਾਰ ਕੀਤੇ ਤੇ 7 ਵੈਬ ਮੀਟਿੰਗਾਂ ਕੀਤੀਆਂ। ਇਹ ਜਿਹੜੇ ਸਾਡੇ 27 ਵੈਬਿਨਾਰ ਸੀ ਇਹਨਾਂ ਵਿੱਚ ਸਾਡੇ ਟੋਟਲ ਜਿਹੜੇ 5958 ਅਟੈਂਡੀ ਆਏ, ਜਿਨ੍ਹਾਂ ਵਿੱਚੋਂ 3270 ਫਸਟ ਟਾਈਮਰ ਸੀਗੇ, ਯਾਨੀ ਕਿ ਕੁਝ ਬੰਦੇ ਦੁਬਾਰਾ ਆ ਗਏ ਹੋਣਗੇ। 3270 ਫਸਟ ਟਾਈਮਰ ਸੀ। ਟੋਟਲ ਜਿਹੜੇ ਅਟੈਂਡੀ ਅੱਜ ਤੱਕ ਹੋਏ ਉਹ 5958 ਹੋਏ। ਲੁਧਿਆਣੇ ਦੇ 68 ਬੰਦਿਆਂ ਨੇ ਅਟੈਂਡ ਕੀਤਾ। ਟੋਟਲ ਜਿੰਨੀਆਂ ਸੀ 27, 68 ਬੰਦੇ ਲੁਧਿਆਣੇ ਨੇ ਅਟੈਂਡ ਕੀਤੀ, ਉਹਨਾਂ ਵਿੱਚੋਂ 43 OPA ਮੈਂਬਰ ਸੀ। ਤੇ ਜਿਹੜੀ ਇਹਦੇ ਵਾਸਤੇ ਇੱਕ ਬੜੀ ਕਮਾਨ ਦੀ ਗੱਲ ਹੈ ਕਿ ਸਾਨੂੰ ਕੱਲ ਹੀ ਇੱਕ ਸਰਟੀਫਿਕੇਟ ਇਸ਼ੂ ਕੀਤਾ ਗਿਆ ਹੈ। ਇਹ ਸਰਟੀਫਿਕੇਟ ਹੈ ਸਾਨੂੰ ਦਿੱਤਾ ਗਿਆ ਕਿਉਂਕਿ ਅਸੀਂ ਐਕਟੀਵਿਟੀਜ਼ ਕੀਤੀਆਂ ਦੌਰਾਨ ਕੋਵਿਡ ਦੇ ਦੌਰਾਨ। ਉਹ ਨਾਲ ਉਸਦੇ ਇੱਕ ਲੈਟਰ ਵੀ ਹੈ, ਅਗਰ ਲੈਟਰ ਵੀ ਨਾਲ ਫਾਊਂਡੇਸ਼ਨ ਆਫ ਐਸੋਸੀਏਸ਼ਨ ਨਿਊਜ਼ ਵੱਲੋਂ ਹੈ, ਚੂਜ਼ਿੰਗ OPA ਫॉर द obvious reason
the only printer association who has conducted 28 plus webinars for printing fraternity so as to educate them with latest industry and other valuable sessions. जो सी It's a उसके very good achievement जी। बहुत अच्छा, ਸਾਡੇ ਲਈ ਬਹੁਤ ਮਾਣ ਦੀ ਗੱਲ ਹੈ, ਕੋਈ ਸ਼ੱਕ ਨਹੀਂ। ਤੇ ਜਿਸ ਤਰ੍ਹਾਂ ਤੁਹਾਨੂੰ ਦੱਸ ਰਹੇ ਸੀ ਕਿ ਵੈਬਿਨਾਰ ਸਾਡੇ ਇੰਟਰਨੈਸ਼ਨਲ ਲੈਵਲ ਤੇ ਵੀ ਪ੍ਰੇਜ਼ ਹੋਏ ਹਨ, ਔਰ ਅਸੀਂ ਇਸ ਤੋਂ ਇਲਾਵਾ ਜਿਹੜੇ ਹੁਣ ਬਾਕੀ ਹੋਰ ਕਾਰਵਾਈ ਤਾਂ ਨਹੀਂ ਹੋ ਰਹੀ, ਲੇਕਿਨ ਅਸੀਂ ਪਿਛਲੀ ਮੀਟਿੰਗ 'ਚ ਡਿਸਕਸ ਕੀਤਾ ਸੀ, ਦੱਸਿਆ ਵੀ ਸੀ ਮੈਂਬਰ ਵਾਸਤੇ ਜਿਹੜੇ ਸਾਡੇ ਸਾਰੇ ਮੈਂਬਰ ਆ ਉਹਨਾਂ ਦੇ ਕਰੋਨਾ ਫ੍ਰੀ ਇਹ ਸਰ ਅਸੀਂ ਇੱਕ ਨਾ ਮੰਗਾਈ ਹੈ ਕਰੋਨਾ ਵਾਸਤੇ। Did you know that most COVID-19 infection is contracted from indirect contact by touching contaminated surfaces? At Mantra, we are doing our part in fighting against corona, introducing the innovative self-sterilizing corona-free key. Using the corona-free key, you can easily pull open door by latching the angular section of the key on the handle. Even sliding door handles can be hooked with the key and pulled or pushed across without touching them directly. Even heavy gates can be pulled with it, as its anti-slip grip makes it a convenient tool. For pressing the elevator buttons, for turning switches on and off with a tap. Even doors, compartments and desk drawers that have lever handles are easily turned to open or close with the key. Use the top edge of the key to gently push the open panels. You can just snap the lever of the water dispenser to get yourself refreshed. The Mantra Touch lies in the copper plating. Since copper is a self-sterilized metal, it kills any microbes that are exposed to it for easy handling and carrying. So try one for yourself and gift them to your loved ones. We can't stay home for a long time. We might as well make sure we're sufficiently protected. ਇਹ ਸਾਰੇ ਮੈਂਬਰਾਂ ਨੂੰ ਅਸੀਂ ਜਿਹੜੀ ਸਾਡੀ ਡਿਊ ਟੂ ਲਾਕਡਾਊਨ ਅਸੀਂ ਕਾਪੀ ਵੀ ਵੰਡ ਨਹੀਂ ਪਾਈ ਸੀ, ਹੁਣ ਕਿਉਂਕਿ ਲਾਕਡਾਊਨ ਖੁੱਲ ਗਿਆ ਇਹ ਸਾਡਾ ਜਿਹੜਾ ਮੈਸੇਂਜਰ ਬॉय ਆ ਇਹ ਕਾਪੀ ਵੀ ਔਰ ਨਾਲ ਇਹ ਕਰੋਨਾ ਕੀ ਸਾਰਿਆਂ ਨੂੰ ਵੰਡ ਕੇ ਆ ਜਾਏਗਾ। this is what ਜਿਹੜੇ ਅੱਜ ਤੱਕ ਦੀਆਂ ਸਾਡੀਆਂ ਕਾਰਵਾਈਆਂ ਸੀ ਐਜ਼ ਪਰ ਏਜੰਡਾ ਮੈਂ ਦੱਸਦਾ ਤੁਹਾਨੂੰ। ਅਗਰ ਇਹਦੇ ਬਾਰੇ ਕਿਸੇ ਨੇ ਕੋਈ ਗੱਲ ਕਰਨੀ ਤਾਂ you can ask। अगर किसी ने कुछ पूछना है इस बारे अगे हाँ जी प्रधान जी दसो। नहीं बहुत अच्छी चीज है जी, ये बंदा जेब से रखेगा और इनू हर जगह लोड पैंदी है एंड गुड थिंग इस तरह से ना सर कि एक्चुअली हम ਆਪਾਂ ਨੂੰ ਕੰਮ ਤਾਂ ਕਰੋਨਾ ਜੀ ਕਰਨਾ ਪੈਣਾ, ਇਹ ਬਿਮਾਰੀ ਤਾਂ ਖਤਮ ਹੋ ਗਈ। ਆਪਣੀ ਹੀ ਸੇਫਟੀ ਅਸੀਂ ਕੋਈ ਗਵਰਨਮੈਂਟ ਵੱਲੋਂ ਦੇਖਣ ਦੀ ਲੋੜ ਨਹੀਂ, ਗਵਰਨਮੈਂਟ ਕੀ ਕਹਿੰਦੀ ਆਪਣੀ ਸੇਫਟੀ ਰੱਖਣੀ ਚਾਹੀਦੀ ਹੈ। एक मिला प्रोडक्ट और कोई ज्यादा महंगा नहीं सी, मैं बनवा के सारे मेंबर्स को वंड देने, पीपल विल फील हैप्पी। गुड थिंग, थैंक यू। So anybody wants to ask anything about the report और अगर किसी ने कोई गल करनी है इस तो पहले किसी आगे चलिए। प्रोसीड सर अगे साडे कोल आ जांदा हुन प्रेजेंट स्टेटमेंट ऑफ अकाउंट ਜਿਹੜੀ ਅਸੀਂ ਜਿਹੜਾ ਪਿਛਲੇ ਮਹੀਨੇ ਤੋਂ ਹੁਣ ਤੱਕ ਦਾ ਜਿਹੜਾ ਖਰਚਾ ਹਰ ਮਹੀਨੇ ਬੰਦਿਆਂ ਨੂੰ ਦੇਈਦਾ ਔਰ ਵੈਸੇ ਇਹ ਜਿੰਨੇ ਵੀ ਮੈਂਬਰ ਦੀ ਕਾਪੀ ਵੀ ਕਰ ਸਕਦੇ, ਡਾਊਨਲੋਡ ਵੀ ਕਰ ਸਕਦੇ, ਸਾਰਿਆਂ ਨੂੰ ਫ੍ਰੀ ਹੈ, ਅਸੈਸ ਦਿੱਤਾ ਸਾਰਿਆਂ ਨੂੰ। ਇਸ ਦੌਰਾਨ ਅੱਜ ਤੱਕ ਯਾਨੀ ਕਿ ਕੱਲ ਤੱਕ 20 ਤਰੀਕ ਤੱਕ 20 ਮਈ ਤੋਂ ਲੈ ਕੇ 20 ਜੂਨ ਤੱਕ ਸਾਡੇ ਕੋਲ ਐਨੂਅਲ ਚਾਰजेस 17,700 ਰੁਪਏ ਇਕੱਠੇ ਹੋਏ ਆ, ਪ੍ਰਿੰਟ ਵੰਡਰ 21,700 ਰੁਪਏ ਇਕੱਠੇ ਹੋਏ, ਕੈਨਨ ਇੰਡੀਆ ਤੋਂ ਪ੍ਰਿੰਟਿੰਗ ਪੰਜਾਬ ਪ੍ਰਿੰਟ ਦੀ ਐਡ ਦੇ OPH ਪੈਸੇ ਆਏ ਸੀ 12,360 ਰੁਪਏ। ਇਸ ਦੌਰਾਨ ਜਿਹੜਾ ਸਾਡਾ ਖਰਚਾ ਹੋਇਆ ਸਪੈਕਟਰਮ ਸਕੈਨ 1 ਲੱਖ ਦਾ ਪ੍ਰਾਈਸ, ਤੁਸ਼ਾਰ ਕੁਮਾਰ ਜਿਹੜਾ ਮੈਜੀਸ਼ੀਅਨ ਸੀ 10,000 ਹੁੰਦੇ, ਸਟੇਜ ਕਰਾਫਟ OPA ਕਾਰਨੀਵਲ ਦੇ 49,560 ਰੁਪਏ, ਜ਼ੂਮ ਲਾਇਸੈਂਸ 5500 ਰੁਪਏ, ਇਲੈਕਟ੍ਰਿਸਿਟੀ ਬਿੱਲ 4,050 ਰੁਪਏ, ਮੰਤਰਾ ਗੋਲਡ ਕੋਟੀਆਂ ਜਿਹੜੇ ਮੈਂ ਤੁਹਾਨੂੰ ਕੀ ਦੱਸੀ ਹੈ 35,330 ਰੁਪਏ 200 ਬਣ ਰਹੀਆਂ ਸੀ, ਸੈਲਰੀ ਮਾਰਚ ਔਰ ਮਈ 21,115 ਰੁਪਏ, ਕੋਰੀਅਰ ਸਪੀਡ ਪੋ 136 ਰੁਪਏ, परचेज और पोस्टेज स्टैम्प 200 रुपए, बैंक बैलेंस है 8,93,322 रुपए और कैश इन हैंड 4,808 रुपए। ਇਹ ਸਾਡਾ ਇਸ ਮਹੀਨੇ ਦੀ ਜਿਹੜੀ ਸਾਡੀ ਇਨਕਮ ਐਂਡ ਐਕਸਪੈਂਡੀਚਰ ਸੀ। ਨਾਲ ਮੈਂ ਕਹਾਂ ਅਗਰ ਕਿਸੇ ਨੇ ਵੀ ਕੋਈ ਸਵਾਲ ਪੁੱਛਣਾ ਤਾਂ ਦੇ ਕੇ ਆਸਕ। ਚੋਪੜਾ ਜੀ ਅਲੱਗ ਬੈਠੇ ਆ, ਉਹ ਵੀ ਜਵਾਬ ਦੇ ਸਕਦੇ, ਉਹਨਾਂ ਨੂੰ ਵੀ ਪਤਾ ਵੈਸੇ, ਤੇ ਅਗਰ ਮੇਰੇ ਕੋਲ ਪੁੱਛਣਾ ਤਾਂ ਮੈਂ ਵੀ ਜਵਾਬ ਦੇ ਸਕਦਾ।
ਇਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਨੈਕਸਟ ਸਾਡਾ ਆ ਜਾਂਦਾ, ਕਿਉਂਕਿ ਪਿਛਲੀ ਮੀਟਿੰਗ ਸਾਡੀ ਹੋਈ ਸੀ ਮਾਰਚ ਚ, ਉਸ ਵੇਲੇ ਵੈਸੇ ਦਾ ਅਕਾਊਂਟ ਦੱਸਤਾ ਸੀ ਔਰ ਪਾਸ ਵੀ ਕਰਾ ਲਿਆ ਸੀ, ਲੇਕਿਨ ਮੈਂ ਇੱਕ ਵਾਰੀ ਫਿਰ ਉਸ ਨੂੰ ਦਿਖਾਉਣਾ ਚਾਹੂੰਗਾ। ਇਹ ਜਿਹੜਾ ਸਾਡਾ ਆਡਿਟ ਵਾਸਤੇ ਜਾ ਰਿਹਾ ਅਕਾਊਂਟ, ਇਹ ਸਾਡਾ ਟ੍ਰਾਇਲ ਬੈਲੈਂਸ ਹੈ। ਯੂ ਕੈਨ ਸੀ ਦ ਟ੍ਰਾਇਲ ਬੈਲੈਂਸ, ਆਈ ਕੈਨ ਰੋਟੇਟ ਇਟ ਸਲੋਲੀ। ਇਹ 31 ਮਾਰਚ ਤੱਕ ਹੈ। 31 ਮਾਰਚ ਦਾ ਜਿਹੜਾ ਬੈਲੈਂਸ ਸ਼ੀਟ ਵੈਸੇ ਪਿਛਲੇ ਦੀ ਦਿਖਾਤੀ ਸੀ 31 ਮਾਰਚ ਦੀ ਮੀਟਿੰਗ 'ਚ, ਲੇਕਿਨ ਹੁਣ ਫਾਈਨਲ ਹੈ, ਉਸ ਲਈ ਥੋੜੀ ਬਹੁਤ ਅਮੈਂਡਮੈਂਟ ਹੋਣ ਵਾਲੀ ਸੀ। ਇਟ ਵਾਸ ਟੋਲਡ ਤੇ ਸਰਟਨ ਅਮੈਂਡਮੈਂਟਸ ਆਰ ਰਿਕੁਆਇਰਡ ਟੂ ਬੀ ਡਨ। ਅਗਰ ਕੁਝ ਵੀ ਇਹਦੇ 'ਚ ਕਿਸੇ ਨੇ ਪੁੱਛਣਾ ਹੈ ਤਾਂ ਦੇ ਕੈਨ ਆਸਕ। सारे ने फाइल देख ली ना, सब नजर आ गई, पुरानी फाइल नजर आ गई ना। अगर किसी को क्वेश्चन पूछना है, दे कैन आस्क द क्वेश्चन फॉर दिस। वैसे है पिछले मार्च जो मार्च मीटिंग पास ਅਸੀਂ ਕਰਾ ਲਿਆ ਸੀ, ਲੇਕਿਨ ਫਿਰ ਵੀ ਉਹਦੇ ਕਿਉਂਕਿ ਅਜੇ ਕੁਝ ਥੋੜਾ ਬਹੁਤ ਰਹਿੰਦਾ ਸੀ, ਇਸਕੇ ਫਾਈਨਲ ਹੈ ਵਿਚ ਵੀ ਆਰ ਸਬਮਿਟਿੰਗ ਫॉर ਇਨ ਦੀ ਆਡਿਟਿੰਗ ਓਕੇ ਇਸ ਦਾ ਰਿਟਰਨ ਕਰਨ ਵਾਸਤੇ। ਮੈਂ ਤੇ ਤੁਸੀਂ ਭੇਜੋ ਆਡਿਟ ਲਈ। ਹਾਂਜੀ, ਕੋਈ ਕਿਸੇ ਨੇ ਕੋਈ ਪੁੱਛਣਾ ਕੋਈ ਦੇਖ ਲਓ ਅਕਾਊਂਟ ਬਾਰੇ, ਹੋਰ ਕਿਸੇ ਨੇ ਕੋਈ ਗੱਲ ਪੁੱਛਣੀ ਤਾਂ ਦੇਖ ਲਓ। Anybody wants to ask anything about the accounts? ठीक है जी, ठीक। नेक्स्ट ਸਾਡੇ ਕੋਲ ਆ ਜਾਂਦਾ ਹੈ planning for the events of the year। प्लानिंग फॉर द इवेंट्स होना से एक्चुअली जो हालात है तो भाई को पता ही नहीं है कि लॉकडाउन कदों खुलना है और की होना है, तो इस करके कोई भी प्लानिंग करनी बड़ी औखी है। बाकी तुम दसो किस तरह किया जाए, ਅੱਗੇ ਕੀ ਕਰੀਏ? ਦੇਖੋ ਜੀ, ਦਸੰਬਰ ਤੱਕ ਤਾਂ ਕੋਈ ਪਲਾਨ ਆਪਾਂ ਨੂੰ ਕਰਨਾ ਨਹੀਂ ਚਾਹੀਦਾ। ਰਾਦਰ ਮੈਂ ਤਾਂ ਇਹ ਕਹੂੰਗਾ ਮਾਰਚ ਤੱਕ ਹੀ ਕੋਈ ਪਲਾਨ ਨਹੀਂ ਕਰਨਾ ਚਾਹੀਦਾ, ਬਿਕੋਜ਼ ਜੋ ਹਾਲਾਤ ਆ, ਜੋ ICMR ਆ, WHO ਆ, ਨਵੰਬਰ ਤੱਕ ਤਾਂ ਉਹੀ ਕਹਿੰਦੇ ਵੀ ਹਲੇ ਪੀਕ ਤੇ ਜਾਊਗਾ। ਸੋ ਇਵੈਂਟ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਪਰਹੇਜ਼ ਖਤਮ ਨਹੀਂ ਹੁੰਦਾ। ਹਾਲੇ ਤਾਂ ਆਪਾਂ ਸਾਰੇ ਬੰਦੇ ਹੀ ਆਪਣੇ ਨੂੰ ਕੌਨਸ਼ੀਅਸ ਕਰਕੇ ਚੱਲ ਰਹੇ ਆ, ਸੋਸ਼ਲ ਡਿਸਟੈਂਸਿੰਗ, ਮਾਸਕ, ਇਹ ਉਹ, ਇਹ ਆਪਣੀ ਹਲੇ ਪਾਰਟ ਐਂਡ ਪਾਰਸਲ ਰਹੂਗਾ। ਸੋ ਅਸੀਂ ਚਾਹ ਕੇ ਵੀ ਵਿਦਆਊਟ ਗਵਰਨਮੈਂਟ ਪਰਮਿਸ਼ਨ, ਜਿੱਥੇ ਕਿ ਸਿਰਫ ਵਿਆਹ ਸ਼ਾਦੀ 'ਚ 50 ਬੰਦੇ ਅਲਾਊਡ ਆ, ਆਪਾਂ ਇਵੈਂਟ ਕੋਈ ਆਰਗੇਨਾਈਜ਼ ਕਰ ਹੀ ਨਹੀਂ ਸਕਦੇ। ਇਟ ਇਜ਼ ਬੈਟਰ ਕਿ ਆਪਾਂ ਥਰੂ ਵੈਬਿਨਾਰ, ਥਰੂ ਜ਼ੂਮ, ਜੋ ਆਪਾਂ ਆਪਣੇ ਬੰਦਿਆਂ ਨੂੰ ਮੈਕਸੀਮਮ ਅਲਰਟ, ਐਜੂਕੇਟ ਜਾਂ ਇੰਡਸਟਰੀ ਬਾਰੇ ਜਾਂ ਗਵਰਨਮੈਂਟ ਦੀਆਂ ਜੋ ਪਾਲਿਸੀਜ਼ ਆ ਉਹਦੇ ਬਾਰੇ ਦੱਸ ਸਕੀਏ, ਜਾਂ ਕੋਈ ਹੋਰ ਆਪਾਂ ਨੂੰ ਪ੍ਰਿੰਟਿੰਗ ਦੀ ਕੋਈ ਇੱਦਾਂ ਦੀ ਟੈਕਨੋਲੋਜੀ ਆਪਣੇ ਸਾਹਮਣੇ ਆਉਂਦੀ ਹੈ, ਕੋਈ ਆਪਣੇ ਨਾਲ ਸ਼ੇਅਰ ਕਰਦਾ ਕਿ ਜੋ ਆਪਾਂ ਐਤਕੀ ਡਰੂਪਾ 'ਚ ਵੀ ਪਲਾਨ ਕੀਤਾ ਸੀ ਜਾਣ ਦਾ, ਦੈਟ ਇਜ਼ ਆਲਸੋ ਫॉर ਨੌਲੇਜ ਟ੍ਰਿਪ। ਉਹ ਆਪਾਂ ਨਹੀਂ ਜਾ ਸਕੇ ਕਿ ਡਰੂਪਾ ਹੀ ਕੈਂਸਲ ਹੋ ਗਈ। ਸੋ ਲੇਕਿਨ ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ 1 ਸਾਲ ਇਹਨਾਂ ਚੀਜ਼ਾਂ ਕਰਕੇ ਠੀਕ ਆ। ਹਰ ਬੰਦਾ ਹੀ ਸ਼ੁਰੂ ਤੋਂ ਇਹੀ ਕਹਿੰਦਾ ਸੀ ਵੀ ਮੈਂ ਕੰਮ ਹੀ ਤਾਂ ਕਰੂੰਗਾ ਪਹਿਲਾਂ ਲਾਕਡਾਊਨ ਖੁੱਲ ਜਾਵੇ। ਫਿਰ ਹੌਲੀ ਹੌਲੀ ਬੰਦਿਆਂ ਨੂੰ ਮਹੀਨੇ ਬਾਅਦ ਸਮਝ ਆਈ ਵੀ ਯਾਰ ਲਾਕਡਾਊਨ ਤਾਂ ਪਤਾ ਨਹੀਂ ਕਦੋਂ ਖੁੱਲਣਾ, ਮੇਰਾ ਰੋਟੀ ਪਾਣੀ ਦਾ ਜੁਗਾੜ ਕਿੱਦਾਂ ਚੱਲੂਗਾ, ਮੈਂ ਆਪਣੇ ਕੰਮ ਤਾਂ ਕਰਨਾ ਹੀ ਹੈ। ਜਦੋਂ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਤਾਂ ਮੈਂ ਸਮਝਦਾ ਅੱਜ ਹਰ ਬੰਦਾ ਹੀ ਇਸ ਪੋਜੀਸ਼ਨ 'ਚ ਹੈਗਾ ਕਿ ਉਹ ਕਹਿੰਦਾ ਠੀਕ ਆ ਮੇਰਾ ਕੰਮ ਤਾਂ ਚੱਲ ਹੀ ਰਿਹਾ, ਔਰ ਉਹਨੇ ਵੀ ਇਹ ਸੋਚ ਲਿਆ ਕਿ ਮੈਨੂੰ ਕੰਮ ਇੱਦਾਂ ਹੀ ਚਲਾਉਣਾ ਪੈਣਾ, ਇਹ ਚੀਜ਼ਾਂ ਨੂੰ ਮੰਨਣਾ ਹੀ ਪੈਣਾ। ਸ਼ਾਮ ਨੂੰ ਜਲਦੀ ਘਰ ਆਉਣਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ, ਮੈਕਸਿਮਮ ਕੰਮ ਫੋਨ ਤੇ ਕਰਨੇ, ਥੋੜੀ ਟਰੈਵਲਿੰਗ ਅਵੋਇਡ ਕਰਨੀ। ਸੋ ਅਸੀਂ ਆਪਣੇ ਬੰਦਿਆਂ ਨੂੰ ਐਜੂਕੇਟ ਕਰ ਸਕਦੇ ਹਾਂ। ਜੋ ਸਾਨੂੰ ਕੋਈ ਨੌਲੇਜ ਕਿਸੇ ਵੀ
ਵੈਬਿਨਾਰ ਦੇ ਥਰੂ ਜਾਂ ਕਿਸੇ ਵੀ ਕਿਸਮ ਦੀ ਸਾਡੇ ਮਾਈਂਡ 'ਚ ਆਉਂਦੀ ਆ ਜਾਂ ਸਾਨੂੰ ਪਤਾ ਚੱਲਦਾ ਵੀ ਸਾਡੀ ਪ੍ਰਿੰਟਿੰਗ ਇੰਡਸਟਰੀ 'ਚ ਨਵੀਂ ਇਨੋਵੇਸ਼ਨ ਇਹ ਹੋ ਰਹੀ ਆ, ਸਟਾਈਲ ਇਹ ਹੋ ਰਿਹਾ, that we can share ਇੱਦਾਂ ਹੀ ਥਰੂ ਵੈਬਿਨਾਰ, ਥਰੂ ਜ਼ੂਮ ਕਾਲ। ਸੋ ਇਹੀ ਇੱਕ ਬੈਸਟ ਵੇ ਹੈਗਾ। ਮੈਂ ਸਮਝਦਾ ਜਦੋਂ ਹਾਲਾਤ ਠੀਕ ਹੋ ਜਾਣਗੇ ਫਿਰ ਵੀ ਆਪਾਂ ਬੈਠ ਕੇ ਪਲਾਨ ਕਰਾਂਗੇ, ਕਿਉਂਕਿ ਇਵੈਂਟ ਕੋਈ ਇਹ ਨਹੀਂ ਹੈਗਾ ਕਿ ਅਗਰ ਆਪਾਂ ਅੱਜ ਸੋਚਿਆ ਕੱਲ ਕਰ ਲਾਂਗੇ। ਉਹਦੀ ਪਲੈਨਿੰਗ, ਵੈਨਿਊ, ਟਾਈਮਿੰਗ, ਹਰ ਬੰਦੇ ਦੀ ਕੰਸੈਂਟ ਜਾਂ ਮੈਕਸਿਮਮ ਜੋ ਆਪਣਾ ਸਿਸਟਮ ਆਪਾਂ ਇਵੈਂਟ ਉਹਦੇ ਥਰੂ ਹੀ ਆਰਗੇਨਾਈਜ਼ ਕਰਦੇ। ਸੋ ਮੈਂ ਸਮਝਦਾ ਕਿ ਕਿਸੇ ਵੀ ਇਹ ਸਾਡੀ ਮੇਰੀ ਜਾਂ ਤੁਹਾਡੀ ਡਿਊਟੀ ਨਹੀਂ, ਜਿੰਨੇ ਆਪਣੇ ਬਾਕੀ ਮੈਂਬਰਸ ਨੇ ਜਾਂ ਕੋਈ ਵੀ ਬੰਦਾ ਜੋ ਇਸ ਇੰਡਸਟਰੀ ਨਾਲ ਜੁੜਿਆ ਹੋਇਆ, ਜਦੋਂ ਵੀ ਉਹਦੀ ਨੌਲੇਜ ਕੋਈ ਚੀਜ਼ ਆਉਂਦੀ ਹੈ ਕਿ ਯਾਰ ਪ੍ਰਿੰਟਿੰਗ 'ਚ ਅਪਗ੍ਰੇਡੇਸ਼ਨ ਹੋ ਰਹੀ ਹੈ, ਇਨੋਵੇਸ਼ਨ ਹੋ ਰਹੀ ਹੈ, ਹੀ ਮਸਟ ਸ਼ੇਅਰ। ਸਾਨੂੰ ਕੋ ਪਤਾ ਚੱਲੇ ਕਿ ਗਵਰਨਮੈਂਟ ਦੀਆਂ ਪਾਲਿਸੀਜ਼ ਨਾਲ ਸਾਡੀ ਇੰਡਸਟਰੀ ਨੂੰ ਬੈਨੀਫਿਟ ਹੋ ਰਿਹਾ, ਔਰ ਇੰਡਸਟਰੀ ਐਜ਼ ਏ ਹੋਲ, MSME ਜਿਵੇਂ ਆਪਾਂ ਲੈਂਦੇ ਹਾਂ, ਉਹਦਾ ਕੋਈ ਐਡਵਾਂਟੇਜ ਹੋ ਰਿਹਾ, ਕਿਸੇ ਨੂੰ ਕੋਈ ਬੈਂਕ 'ਚ ਪ੍ਰੋਬਲਮ ਆ ਰਹੀ ਹੈ, ਉਹ ਅਸੀਂ ਆਲਵੇਜ਼ ਹੀ ਇਜ਼ ਵੈਲਕਮ। ਕਦੇ ਵੀ ਆਪਾਂ 4 ਬੰਦੇ ਫੋਨ ਤੇ ਗੱਲ ਕਰਕੇ ਮੀਟਿੰਗ ਆਰਗੇਨਾਈਜ਼ ਕਰ ਸਕਦੇ ਹਾਂ, ਜਿੱਦਾਂ ਆਪਾਂ ਅੱਜ ਕੀਤੀ ਹੈ। ਇਹਨੇ ਨਾਟ ਅ ਸ਼ਾਰਟ ਨੋਟਿਸ, ਪਰ ਫਿਰ ਵੀ 5-4 ਦਿਨ ਦਾ ਆਪਾਂ ਸਮਾਂ ਦੇਤਾ, ਔਰ ਮੋਸਟ ਆਫ ਦਾ ਪੀਪਲ ਆਰ, ਜਿਹੜੇ ਬੰਦੇ ਸੀਰੀਅਸ ਆਪਣੇ ਆਪ ਹੀ ਇਸ ਇਵੈਂਟ ਦੇ ਵਿੱਚ, ਮਤਲਬ ਇਹ ਵੀ ਇੱਕ ਆਪਣਾ ਇਵੈਂਟ ਹੀ ਹੈ। ਮੀਟਿੰਗ ਵੀ ਹੁਣ ਇਦਾਂ ਦਾ ਹੋ ਗਿਆ ਕਿ ਬੰਦੇ ਆਣਗੇ ਐਂਡ ਇਟ ਇਜ਼ ਈਜ਼ੀ ਆਲਸੋ, ਕਿਤੇ ਵੀ ਬੈਠ ਕੇ ਕਰ ਸਕਦਾ ਬੰਦਾ, ਕਿਉਂਕਿ ਉੱਥੇ ਲਈ ਤਾਂ ਸਾਨੂੰ ਫਿਜ਼ੀਕਲੀ ਸਾਨੂੰ ਦਫ਼ਤਰ ਆਉਣਾ ਹੀ ਪੈਂਦਾ ਸੀਗਾ। ਇਹ ਇੱਕ ਸਭ ਤੋਂ ਵੱਡਾ ਟੈਕਨੋਲੋਜੀ ਦਾ ਸਾਨੂੰ ਅੱਜ ਐਡਵਾਂਟੇਜ ਹੈਗਾ ਕਿ ਅਗਰ ਅਸੀਂ ਘਰ 'ਚ ਬੈਠੇ ਹਾਂ, ਘਰ ਬਹਿ ਕੇ ਕਰ ਲਾਂਗੇ, ਦਫ਼ਤਰ ਬੈਠੇ, ਇਵਨ ਕਾਰ 'ਚ ਬੈਠੇ ਹਾਂ, ਟਰੈਵਲ ਕਰ ਰਹੇ, ਇਵਨ ਦੈਨ ਵੀ ਕੈਨ ਹੈਵ ਦਿਸ। ਸੋ ਟੈਕਨੋਲੋਜੀ ਦਾ ਵੀ ਆਪਾਂ ਨੂੰ ਫਾਇਦਾ ਲੈਣਾ ਚਾਹੀਦਾ। ਸੋਸ਼ਲ ਡਿਸਟੈਂਸਿੰਗ ਵੀ ਮੇਨਟੇਨ ਹੁੰਦੀ ਹੈ, ਔਰ ਸਾਡਾ ਟਾਈਮ ਵੀ ਘੱਟ ਲੱਗਦਾ, ਆਉਣ ਜਾਣ ਦਾ ਟਾਈਮ ਨੂੰ ਕੱਢ ਦਿਓ, ਹੋਰ ਕਰ ਲਓ। ਸੋ ਆਈ ਥਿੰਕ ਆਪਾਂ ਫਿਲਹਾਲ ਇਹਨੂੰ ਇੱਦਾਂ ਹੀ ਚਲਾਉਂਦੇ ਹਾਂ। ਸੋ ਮੇਰੀ ਤਾਂ ਇਹੀ ਸਲਾਹ ਹੈਗੀ ਆ, ਕਿਉਂਕਿ ਆਪਾਂ ਕੋਈ ਵੀ ਚੀਜ਼ ਜਿਹੜੀ ਆਪਾਂ ਇਕੱਠੇ ਕਰਕੇ ਦੱਸਣੀ ਆ ਜਾਂ ਇਵੈਂਟ ਆਰਗੇਨਾਈਜ਼ ਕਰਕੇ, ਦੈਟ ਵੀ ਕੈਨ ਸ਼ੇਅਰ ਵਿਦ ਆਵਰ ਪੀਪਲ ਈਵਨ ਥਰੂ ਦੀਸ ਟੈਕਨੀਕਲ ਜਾਂ ਟੈਕਨੋਲੋਜੀ ਦੇ ਨਾਲ ਆਪਾਂ ਕਰ ਸਕਦੇ ਹਾਂ। ਸੋ ਮੇਰਾ ਤਾਂ ਇਹੀ ਥੈਂਕ ਯੂ। ਸਰ ਜੋ ਤੁਸੀਂ ਕਹਿ ਰਹੇ ਬਿਲਕੁਲ ਠੀਕ ਹੈ। ਅਸੀਂ ਜਿਸ ਤਰ੍ਹਾਂ ਸਾਡੀ ਜਿਹੜੀ ਲਾਇਬ੍ਰੇਰੀ ਆ, ਵੀਡੀਓ ਲਾਇਬ੍ਰੇਰੀ, ਉਹਦੇ 'ਚ ਲਗਭਗ 28 ਤਰ੍ਹਾਂ ਦੇ ਅਲੱਗ-ਅਲੱਗ ਟੌਪਿਕ ਦੇ ਵੈਬਿਨਾਰ ਪਏ ਹਨ, ਸਾਰਿਆਂ ਨੂੰ ਦੇਖਣੇ ਚਾਹੀਦੇ ਹਨ। ਇੱਕ ਜਿਹੜਾ ਸਪੈਸ਼ਲ ਸਾਡਾ ਜਿਹੜਾ ਲਾਸਟ ਗੁਫ਼ਤਗੂ ਵਾਲਾ ਸਾਰਿਆਂ ਦੇ ਸੁਣਨ ਵਾਲਾ ਹੈ, ਜਿਹੜੀ ਆਪਾਂ ਪਤਾ ਨਹੀਂ ਪਰਸੋਂ ਗੱਲ ਕਰ ਰਹੇ ਸੀ, ਜਿਹੜੀ ਪ੍ਰਾਈਮ ਮਿਨਿਸਟਰ ਨੇ ਗੱਲ ਕਹੀ ਕਿ ਇਕੱਠੇ ਮਿਲ ਕੇ ਕੌਣ, ਤੇ ਜੋ ਹੀ ਗੱਲ ਹੋਈ ਹੈ। ਤੇ ਮੈਂ ਦੇਖਿਆ ਤੁਹਾਨੂੰ ਮੈਂ ਫੋਨ ਤੇ ਵੀ ਦੱਸੀ ਸੀ ਗੱਲ ਇਹ, ਜੀ ਵੀ ਉਹਨੇ ਇਹੀ ਕਿਹਾ ਵੀ ਲੋਕਲ ਕੋ ਵੋਕਲ ਬਣਾਓ ਔਰ ਇਕੱਠੇ ਮਿਲ ਕੇ ਕੰਮ ਕਰੋ। ਉਹਨੇ ਕਲਸਟਰ ਪਾਰਟਿਕੂਲਰ ਵਰਡ ਯੂਜ਼ ਕੀਤਾ। ਹਾਂਜੀ ਸਰ, ਇਸ ਤਰ੍ਹਾਂ ਕਿ ਉਹ ਜਿਸ ਤਰ੍ਹਾਂ ਦਾ ਕਲਸਟਰ ਦੇ 2 ਸ਼ੇਪ ਹੈ ਸਰ। ਇੱਕ ਜੋ ਉਹ ਜਿਹੜੀ ਉਹ ਵੀਡੀਓ ਦੇਖਣ ਵਾਲੀ, ਸੁਣਨ ਵਾਲੀ ਹੈ, ਅਗਰ ਬੰਦੇ ਨੂੰ, ਮੈਂ ਤਾਂ ਕਹਿੰਦਾ ਇੱਕ ਵਾਰੀ ਨਹੀਂ 10 ਵਾਰੀ ਕਰਕੇ ਸੁਣੋਗੇ ਤਾਂ ਤੁਹਾਨੂੰ ਸਮਝ ਆਣੀ ਗੱਲਾਂ। ਉਹ ਕਹ ਰਹੇ ਬੜੀ ਅੱਛੀ ਗੱਲ ਕਹੀ ਨਿਤਨ ਸ਼ਾਹ ਨੇ, ਕਹਿੰਦਾ ਕਲਸਟਰ ਲੱਗਣਾ ਅੱਛੀ ਗੱਲ, ਉਹਦੀ ਗਵਰਨਮੈਂਟ ਤੋਂ ਪੈਸਾ ਲੈਣਾ ਅੱਛੀ ਗੱਲ ਹੈ, ਲੇਕਿਨ ਜਿਹੜੀ ਪ੍ਰੈਜ਼ੈਂਟ ਮਸ਼ੀਨਰੀ ਵੀ ਉਹਦੇ ਕਰਨਾ ਉਹਨੂੰ ਕੋੜੇ ਦੇ ਵਿੱਚ ਨਾ, ਵਾਈ ਨੋਟ ਯੂਟਿਲਾਈਜ਼ ਦਾ ਮਸ਼ੀਨਰੀ। ਅਗਰ ਇਸ ਕਿਸੇ ਪ੍ਰਿੰਟਰ ਕੋਲ ਸਪੇਅਰ ਕੈਪੈਸਿਟੀ, ਉਹਨੂੰ ਕਿਉਂ ਨਹੀਂ ਯੂਜ਼ ਕਰਦੇ ਸੀ? ਕਲਸਟਰ ਵੀ ਤਾਂ ਇਹ ਮਿਲ ਕੇ ਕੰਮ ਕਰਨਾ। ਜੇ ਆਪਾਂ ਮਿਲ ਕੇ ਕਰਨਾ ਸ਼ੁਰੂ ਕਰ ਦਾਂਗੇ ਤਾਂ ਗਵਰਨਮੈਂਟ ਦੇ ਪੈਸੇ ਬਾਅਦ ਆਉਂਦੇ ਰਹਿਣਗੇ, ਉਹ ਤਾਂ ਅਲੱਗ ਚੀਜ਼ ਹੈ। ਤੇ ਜ਼ਰੂਰਤ ਉਸ ਚੀਜ਼ ਦੀ। ਲੇਕਿਨ ਮੇਰਾ ਤਾਂ ਕਹਿਣ ਦਾ ਮਤਲਬ ਹੈ ਸਰ, ਮੈਂ ਤਾਂ ਇਹ ਕਹਿ ਰਿਹਾ ਸੀ ਕਿ ਅਸੀਂ 106 ਐਕਸਪਰਟ ਬੁਲਾਏ, ਅਲੱਗ-ਅਲੱਗ 106 ਐਕਸਪਰਟ ਆਏ ਇਹਨਾਂ ਦਿਨਾਂ 'ਚ, ਜਿਹੜੇ ਉਹ ਵੈਬਸਾਈਟ ਤੇ ਉਹਨਾਂ ਸਭ ਦੇ ਵਿਚਾਰ ਅਵੇਲੇਬਲ ਹਨ। ਮੈਂ ਨਹੀਂ ਕਹਿੰਦਾ ਵਿਚਾਰ ਉਹ ਠੀਕ ਆ ਗਲਤ ਹੈ, ਲੇਕਿਨ ਸੁਣ ਕੇ ਨਵੀਂ ਸੋਚ ਤਾਂ ਆਏਗੀ ਨਾ। ਤੇ ਆ ਵੀ ਰਿਕਵੈਸਟ ਕਿ ਆਪਣੇ ਮੈਂਬਰਾਂ ਨੂੰ ਸੁਣੋ ਤੁਸੀਂ ਇੱਕ ਵਾਰੀ, ਉਹਦੇ 'ਚ ਸਾਰੀਆਂ, ਭਾਵੇਂ ਤੁਸੀਂ ਮਹੀਨੇ 'ਚ ਦੇਖੋ, 2 ਮਹੀਨੇ ਦੇਖੋ, ਇੱਕ ਵਾਰੀ ਸਾਰੀਆਂ ਟੇਪਾਂ ਨੂੰ ਦੁਬਾਰਾ ਸੁਣੋ, ਦੇਖੋ ਕੀ ਕਹਿ ਰਹੇ ਹੋ। ਔਰ ਜਿਹੜਾ ਕੁਦਰਤੀ ਸਾਡਾ ਇਹਦੇ ਤੇ ਪੈਸਾ ਨਹੀਂ ਲੱਗਿਆ, ਦੈਟਸ ਅ ਵੰਡਰਫੁਲ ਕਿ ਜਿੰਨੇ ਵੀ ਸਪੀਕਰ ਆਏ ਕਿਸੇ ਨੇ ਸਾਡੇ ਕੋਲ ਕੋਈ ਪੈਸਾ ਚਾਰਜ ਨਹੀਂ ਕੀਤਾ। ਔਰ ਮੈਂ ਦੱਸਣਾ ਚਾਹੂੰਗਾ ਕਿ ਆਲ ਇੰਡੀਆ ਫੈਡਰੇਸ਼ਨ ਨੇ 2 ਵੈਬਿਨਾਰ ਕੀਤੇ ਔਰ 65,000 ਦਾ ਉਹਨਾਂ ਦਾ ਖਰਚਾ ਹੋਇਆ। ਉਹੀ ਐਕਸਪਰਟਾਂ ਨੇ ਲਏ ਪੈਸੇ ਜਿਹੜੇ ਸਾਡੇ ਫ੍ਰੀ ਕਰ ਰਹੇ ਸੀ। ਬਸ ਮੈਂ ਤਾਂ ਕਾਫੀ ਵੈਬਿਨਾਰ ਅਟੈਂਡ ਕੀਤੇ ਆ, ਬੈਨੀਫਿਟ ਵੀ ਹੋਇਆ, ਇਨਾਮ ਵੀ ਮਿਲਿਆ, ਵਧੀਆ ਲੱਗਿਆ, ਬਹੁਤ ਵਧੀਆ ਹੋਇਆ ਸਾਰਾ ਕੁਝ। ਅਮਨ ਨੂੰ 10,000 ਰੁਪਏ ਪ੍ਰਾਈਜ਼ ਮਿਲਿਆ ਸੀ। ਅਮਨ ਗॉट 10 ਦੋਸਤ। ਸਹੀ। ਗगन जी। हाँ जी सर। हाँ गगन बोलो। नितिन बोलो, ਤੁਹਾਡੀ ਕੀ ਰਾਏ ਹੈ? ਆਪਣੀ ਦੱਸੋ ਨਾ, ਸਾਰੇ ਬੰਦੇ ਪ੍ਰਧਾਨ ਜੀ ਦਾ। ਮੇਰੀ ਰਾਏ ਹੈ ਹਜੇ ਰੁਕ ਜਾਣਾ ਚਾਹੀਦਾ ਹਾਂਜੀ, ਥੋੜੀ ਦੇਰ, ਜਦ ਤੱਕ ਗਵਰਨਮੈਂਟ ਅਲਾਉ ਨਹੀਂ ਕਰਦੀ ਆਪਣੀ ਜਿਹੜੀ ਬੁੱਧਵਾਰ ਨੂੰ ਮੀਟਿੰਗ ਵੀ ਰੋਕਣਾ ਚਾਹੀਦਾ। ਨਿਤਿਨ ਜੀ ਸਭ ਨੂੰ ਪਤਾ ਹੈ, ਜਦ ਤੱਕ ਗਵਰਨਮੈਂਟ ਅਲਾਉ ਨਹੀਂ ਕਰਦੀ। ਅੱਜ ਵੀ ਅਗਰ ਗਵਰਨਮੈਂਟ ਦੀ ਰਿਸਟ੍ਰਿਕਸ਼ਨ ਸੇ ਅਸੀਂ ਇੱਥੇ ਬੈਠੇ ਆ, ਕਿਉਂਕਿ ਸੈਟਰਡੇ ਸੰਡੇ ਉਹਨਾਂ ਨੇ ਮੂਵਮੈਂਟ ਬੰਦ ਕੀਤੀ ਹੋਈ ਹੈ। ਆਪਾਂ ਚੱਲਣਾ ਦਾ ਕਾਨੂੰਨ ਨਾਲ ਹੈ, ਲੇਕਿਨ ਇਸ ਦੌਰਾਨ ਆਪਾਂ ਹੋਰ ਕੁਝ ਕਰ ਸਕਦੇ ਹਾਂ? ਤੁਸੀਂ ਇਹ ਦੱਸੋ। ਇਸ ਤੋਂ ਇਲਾਵਾ ਤਾਂ ਨਹੀਂ ਹੋਰ ਕੋਈ ਕਰ ਸਕਦਾ।
ਚਲੋ ਤੁਸੀਂ ਬੰਦਿਆਂ ਨੂੰ ਇਹ ਤਾਂ ਗਾਈਡ ਕਰੋ ਕਿ ਜਿਹੜੀਆਂ ਟੇਪਸ ਆ ਉਹ ਦੇਖਣ, ਜਿਹੜੇ ਰਿਕਾਰਡਿੰਗ ਪਈਆਂ ਦੇਖਣ, ਤਾਂ ਸੀ ਕਿਸੇ ਨੂੰ ਕੋਈ ਫਾਇਦਾ ਹੀ ਹੋਏਗਾ। ਬੁੱਧਵਾਰ ਲਈ ਦੇਖ ਲਓ ਮੀਟਿੰਗ, ਅਗਰ ਜ਼ੂਮ ਤੇ ਕਰ ਸਕਦੇ ਆ ਤਾਂ ਵਧੀਆ। ਜਿਹੜੀ ਵੈਡਨਸਡੇ ਨੂੰ ਮੀਟਿੰਗ ਹੁੰਦੀ ਆਪਣੀ ਉਹ ਦੇਖ ਲਓ, ਅਗਰ ਉਹ ਤਾਂ ਅਲਾਉਡ ਹੈ, ਫਿਰ ਕੀ ਪ੍ਰੋਬਲਮ ਹੈ? ਉਹ ਕਿਉਂ ਕਰਨੀ ਜ਼ੂਮ ਤੇ? ਗਵਰਨਮੈਂਟ ਦੇਖ ਲਓ ਜਿੱਦਾਂ ਸਹੀ ਲੱਗਾ। ਜੋਲੀ ਜੀ ਮੈਂ ਤੇ ਸਰ ਇਹਦੇ ਬਾਰੇ ਕੀ ਕਹੂੰਗਾ, ਕਿਉਂਕਿ ਮੈਂ ਹੀ ਤੇ ਬੁੱਧਵਾਰ ਦੀ ਮੀਟਿੰਗ ਸਟਾਰਟ ਕਰਨ ਨੂੰ ਕਿਹਾ ਸੀ, ਇਸ ਲਈ ਮੈਂ ਤਾਂ ਨਹੀਂ ਕਹਿ ਸਕਦਾ ਕਿ ਨਾ ਕਰੋ। ਬੁੱਧਵਾਰ ਦੀ ਮੀਟਿੰਗ ਅੱਜ ਡਿਸਕਸ਼ਨ ਹੋ ਹੀ ਨਹੀਂ ਸਕਦੀ। ਆਪਾਂ ਦੇਖੋ ਉਹੀ ਉਧਰ ਐਗਜ਼ੈਕਟਿਵ ਦਾ ਮਸਲਾ, ਐਗਜ਼ੈਕਟਿਵ ਗਵਰਨਮੈਂਟ ਗਲਤ ਨਾ ਪਾਓ। ਦੈਟ ਇਜ਼ ਵਾਈ ਮੈਂ ਕਹਿ ਰਿਹਾ ਨਾ ਕੋਈ ਗੱਲ ਕਰਨੀ। ਆਪਾਂ ਹੁਣੇ ਗੱਲ ਕਰ ਰਹੇ ਹਾਂ, ਜਿਹੜੇ ਆਪਾਂ ਗੱਲ ਮੁੱਦੇ ਤੇ ਰਹੋ ਕਿ ਜਿਹੜਾ ਹੁਣ ਸਾਡਾ ਪੀਰੀਅਡ ਹੈ, ਅਸੀਂ ਕਹਿੰਦੇ ਅੱਗੇ ਕੀ ਕਰੀਏ, ਹੁਣ ਪਲਾਨ ਕੀ ਕਰੀਏ। ਐਸੋਸੀਏਸ਼ਨ ਫਿਜ਼ੀਕਲ ਤਾਂ ਕੁਝ ਕਰ ਨਹੀਂ ਸਕਦੀ ਜਦ ਤੱਕ ਗਵਰਨਮੈਂਟ ਨਹੀਂ ਅਲਾਉ ਕਰਦੀ। ਉਦੋਂ ਤੱਕ ਕਿਆ ਤੁਸੀਂ ਸੋਚਦੇ ਹੋ ਕੁਝ ਹੋਰ ਐਕਟੀਵਿਟੀ ਐਸੀ ਕਰੀਏ ਕਿ ਕੋਈ ਵੀ ਐਕਟੀਵਿਟੀ ਤੁਹਾਡੇ ਦਿਮਾਗ 'ਚ ਆਏ? ਦੈਟ ਇਜ਼ ਵਾਟ ਵੀ ਆਰ ਪਲੈਨਿੰਗ। ਟੌਪਿਕ ਸਾਡਾ ਇਹ ਹੈ। ਐਕਟੀਵਿਟੀ ਤੇ ਸਰ ਹੋਣੀ ਚਾਹੀਏ, ਜ਼ੂਮ ਤੇ ਹੋ ਸਕਦੀ ਐਕਟੀਵਿਟੀ, ਜਿਵੇਂ ਆਪਾਂ ਪਿੱਛੇ ਕੀਤੀਆਂ ਹੀ ਆਪਾਂ ਇੱਕ ਉਹ ਕੀਤਾ ਸੀਗਾ ਸੈਮੀਨਾਰ, ਤੇ ਚਲੋ ਠੀਕ ਹੈ, ਜ਼ਿਆਦਾ ਸਕਸੈਸਫੁਲ ਨਹੀਂ ਹੋਇਆ, ਬਟ ਅਗਰ ਲੋਕਾਂ ਦੇ ਵਿੱਚ ਆਪਾਂ ਨੂੰ ਬਾਰ-ਬਾਰ ਆਪਣੀ ਭੇਜਣੀ ਹੈ ਮੈਸੇਜ, ਤੇ ਆਪਾਂ ਨੂੰ ਥਰੂ ਜ਼ੂਮ ਹੀ ਭੇਜਣਾ ਪੈਣਾ। ਅਦਰਵਾਈਜ਼ ਤੇ ਮੀਟਿੰਗ ਜਦ ਪ੍ਰਧਾਨ ਜੀ ਬਿਲਕੁਲ ਠੀਕ ਕਹਿ ਰਹੇ ਕਿ ਇਸ ਵਕਤ ਕੋਈ ਬੰਦੇ ਇਕੱਠੇ ਹੋ ਨਹੀਂ ਸਕਦੇ, ਈਵਨ ਮੈਰਿਜ ਲਈ ਵੀ ਆਪਾਂ ਨੂੰ ਇਜਾਜ਼ਤ ਲੈਣੀ ਪੈਂਦੀ ਹੈ, ਤੇ ਇਹਦੇ ਲਈ ਵੀ ਆਪਾਂ ਕੱਲ ਐਵੇਂ ਕਾਨੂੰ ਇਸ ਪਿੱਛੇ ਪੈਣਾ ਰਿਸਕ ਤੇ। ਕਿ ਕੋਈ ਨਾ ਕੋਈ ਆਪਾਂ ਐਸਾ ਇਵੈਂਟ ਕਰਦੇ ਰਹੀਏ, ਮੈਂਬਰਸ ਬਣਦੇ ਰਹੀਏ, ਠੀਕ ਹੈ, ਸਾਡਾ ਫਰਜ਼ ਹੈਗਾ ਕਿ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਰਹੀਏ। ਮੈਂਬਰਸ ਆਉਣਗੇ ਤੇ ਅੱਛੀ ਗੱਲ ਹੈ, ਸਿੱਖਣਗੇ, ਨਹੀਂ ਆਉਂਦੇ ਜਿਵੇਂ ਪਿੱਛੇ 43 ਮੈਂਬਰ ਆਪਣੇ ਆਏ ਨੇ, ਚਲੋ 43 ਸਿੱਖੇ, ਆਪਾਂ ਕਹਿੰਦੇ ਕੁਝ ਤੇ ਸਿੱਖੇ। ਸਰ ਮੈਂ ਉਹੀ ਕਹਿ ਰਿਹਾ ਨਾ, ਜਿੰਨੇ ਆਣਾ ਹੈ ਉਹਨੇ ਆ ਜਾਣਾ ਮੀਟਿੰਗ, ਜਿਹਨੇ ਨਹੀਂ ਆਣਾ ਜਿੰਨਾ ਮਰਜ਼ੀ ਅਵੇਅਰ ਕਰੀ ਜਾਈਏ, ਉਹਨੇ ਆਣਾ ਨਹੀਂ। ਉਹ ਕੀ ਕਰ ਸਕਦੇ ਹੁੰਦੇ, ਤੇ ਆਪਾਂ ਨਥਿੰਗ। ਜੇ ਹੁਣ ਅਗਲਾ ਮੋਬਾਈਲ ਤੇ ਵੀ ਨਹੀਂ ਆ ਕੇ ਕੋਈ ਸੁਣਨਾ ਚਾਹੁੰਦਾ ਤੇ ਕੀ ਕਹਿ ਸਕਦੇ ਆ? ਦਾ ਮਤਲਬ ਕਿਤੇ ਨਾ ਕਿਤੇ ਕੀ ਕਮੀ ਹੈ, ਸਾਨੂੰ ਲੱਭ ਲੈਣੀ ਚਾਹੀਦੀ ਸਾਡੇ 'ਚ ਜਿਹੜੀ ਕਮੀ ਹੈ। ਫਿਰ ਗੱਲ ਤੇ ਉਹੀ ਹੈ ਨਾ, ਅਸੀਂ ਆਪਣੀ ਐਫਰਟ ਕਰੀ ਜਾਈਏ ਸਰ, ਜੋ ਵੀ ਕਰ ਸਕਦੇ ਆ। ਹੁਣ ਮੈਂਬਰਸ ਨੂੰ ਆਉਣਾ ਚਾਹੀਦਾ, ਆਪਾਂ ਅਵੇਅਰ ਵੀ ਕਰਦੇ ਆ। ਤੁਸੀਂ ਇੰਨੇ ਮੈਸੇਜ ਦਿੰਦੇ ਹੋ, ਹਰ ਤਰ੍ਹਾਂ ਮੈਸੇਜ ਭੇਜਦੇ ਹੋ, ਹਰ ਪਲੇਟਫਾਰਮ ਤੇ ਆਪਾਂ ਅੱਜ-ਕੱਲ ਮੈਸੇਜ ਪਾਉਂਦੇ ਆ। ਆਉਣਾ ਤੇ ਚਾਹੀਦਾ। ਇਹ ਤੇ ਹਰ ਕਿਸੇ ਦੇ ਆਪਣੇ ਤੇ ਉਹੀ ਗੱਲ, ਕਿੰਨਾ ਸਿੱਖਣਾ ਚਾਹੁੰਦਾ ਤੇ ਕਿੰਨਾ ਕੋਨੂੰ ਅੱਗੇ ਗ੍ਰਹਿਣ ਕਰਨਾ ਚਾਹੁੰਦਾ। ਲੇਕਿਨ ਆਪਾਂ ਆਪਣੀ ਐਫਰਟ ਕਰਨੀ ਚਾਹੀਦੀ ਹੈ ਨਾ, ਆਪਾਂ ਆਪਣੀ ਐਫਰਟਸ ਨਹੀਂ ਰੋਕ ਸਕਦੇ। ਡਿਊਰਿੰਗ ਲੋਕਡਾਊਨ ਤੇ ਸਾਨੂੰ ਆਪਣੀ ਐਫਰਟਸ ਹੋਰ ਵਧਾਉਣੀਆਂ ਪੈਣੀਆਂ ਵੇ, ਕਿਉਂਕਿ ਅੱਗੇ ਤੇ ਅਸੀਂ ਫਿਰ ਫੇਸ ਟੂ ਫੇਸ ਮਿਲ ਆਂਦੇ ਸੀ, ਅੱਜ-ਕੱਲ ਫੇਸ ਟੂ ਫੇਸ ਨਹੀਂ ਮਿਲ ਪਾ ਰਹੇ ਬੰਦੇ। ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਨਿਤਿਨ ਸ਼ਾਹ ਜੀ ਕਰਦੇ ਆ ਉੱਥੇ ਬੰਬੇ ਵਾਲੇ, ਉਹ ਲੇਬਰ ਦਾ ਮਤਲਬ ਦੂਜੇ ਬੰਦਿਆਂ ਕੋਲੋਂ ਹੀ ਛਪਾਉਂਦੇ ਆ। ਅਸੀਂ ਵੀ ਤਾਂ ਇੱਥੇ ਸਾਰੇ ਪ੍ਰੈਸ ਵਾਲੇ ਦੂਸਰੀ ਪ੍ਰੈਸਾਂ ਨੂੰ ਕੰਮ ਛਪਾਉਂਦੇ ਹੀ ਆ। ਉਹ ਤਾਂ ਲੇਬਰ ਦਾ ਕੰਮ ਹੈ। ਜਿਸ ਤਰ੍ਹਾਂ ਨਿਤਿਨ ਸ਼ਾਹ ਜੀ ਕਰਾਉਂਦੇ ਆ ਵੀ ਬਾਹਰੋਂ ਕਰਵਾ ਲੈਂਦੇ। ਗੱਲ ਤਾਂ ਇੱਕੋ ਹੀ ਗੱਲ ਹੈ, ਗੱਲ ਤਾਂ ਇੱਕੋ ਹੀ ਹੈ ਸਰ। ਇੱਥੇ ਵੀ ਹੁੰਦਾ, ਉਹ ਤਾਂ ਇੱਥੇ ਵੀ ਹੋ ਰਿਹਾ ਸਰ, ਇੱਥੇ ਵੀ ਕਰਾਉਂਦੇ ਆ ਲੋਕ ਕੰਮ, ਇੱਥੇ ਕੋਈ ਨਹੀਂ ਕਰਾਉਂਦੇ ਹੈਗੇ, ਇੱਥੇ ਵੀ ਤਾਂ ਕੰਮ ਕਰਾਉਂਦੇ ਹੀ ਹੈ। ਕਲਸਟਰ ਚਾਹੁੰਦੇ ਹੈ, ਉਹਦਾ ਨਹੀਂ ਕੀ ਹੋ ਜਾਏਗਾ? ਹਾਂਜੀ ਉਹਦਾ ਨਹੀਂ ਕੀ ਹੋ ਜਾਏਗਾ? ਸਮਝਾਓ ਨਾ ਮੈਨੂੰ। ਆਪਾਂ ਇੱਕ ਮਸ਼ੀਨ ਲੱਗ ਗਈ, ਚਲੋ ਫਿਰ ਕੀ ਹੋਏਗਾ? ਗੱਲ ਤਾਂ ਉੱਥੇ ਹੀ ਹੈ, ਮਸ਼ੀਨ ਹੁਣ ਵੀ ਹੈਗੀ ਹੈ, ਮਸ਼ੀਨ ਇੱਕ ਹੋਰ ਲਾਈ ਜਾਏਗੀ, ਫਿਰ ਕੀ ਹੋਏਗਾ? ਇਹ ਤਾਂ ਹੁਣ ਜੇ ਏਦਾਂ ਸੋਚੀ ਗਿਆ ਨਹੀਂ, ਮੈਨੂੰ ਡਿਫਰੈਂਸ ਸਮਝਾਓ ਨਾ। ਆਪਾਂ ਦੇਖੋ, ਜਿਹੜਾ ਕੰਮ ਹੋ ਸਕਦਾ ਉਹ ਕਹਿੰਦੇ ਨਹੀਂ ਕਰਨਾ, ਜਿਹੜਾ ਨਹੀਂ ਹੋ ਸਕਦਾ ਕਰੀਏ। ਆਪਾਂ ਇੰਨਾ ਜ਼ੋਰ ਲਾਇਆ ਕਲਸਟਰ ਤੇ, ਘੱਟ ਜ਼ੋਰ ਤਾਂ ਨਹੀਂ ਲਾਇਆ। ਜਿਹੜੇ ਹੁਣ ਵੀ ਕੋਈ ਬੱਸ ਨਹੀਂ ਹੈ। ਮੈਂ ਹੁਣ ਵੀ ਤੁਹਾਨੂੰ ਸਭ ਨੂੰ ਮੈਸੇਜ ਪਾਇਆ ਸੀ ਵੀ ਦੱਸੋ ਮੈਨੂੰ, ਅਗਰ ਕੋਈ ਜੁਆਇਨ ਕਰਨਾ ਚਾਹੁੰਦਾ ਮੈਨੂੰ ਭੇਜੋ ਐਪਲੀਕੇਸ਼ਨ, ਹਿੰਦੀ 'ਚ ਲਿਖ ਕੇ ਪਾਇਆ ਸੀ। ਪ੍ਰੋਬਲਮ ਕੀ ਹੈ ਕਿ ਜਿਹੜਾ ਕੰਮ ਹੋ ਸਕਦਾ ਅਸੀਂ ਕਰਨਾ ਨਹੀਂ, ਜਿਹੜਾ ਨਹੀਂ ਹੋ ਸਕਦਾ ਉਹ ਕਰਾਂਗੇ। ਉਹ ਤਾਂ ਗੱਲ ਬਣਦੀ ਨਹੀਂ ਨਾ। ਆਪਾਂ 4 ਬੰਦੇ ਅਗਰ ਮਿਲ ਕੇ ਕੰਮ ਕਰਾਂਗੇ, ਕੋਈ ਨੁਕਸਾਨ ਨਹੀਂ ਹੈ, ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ। ਉਹ ਤਾਂ ਕਰਦੇ ਹੀ ਆ ਸਰ, ਹੋਰ ਵੀ ਕਰਦੇ ਆ ਲੋਕ। ਲੇਬਰ ਦਾ ਮਤਲਬ ਲੋਕਾਂ ਕੋਲੋਂ ਬਾਹਰੋਂ ਕੰਮ ਕਰਵਾਉਂਦੇ ਹੀ ਹੈ, ਹੁਣ ਵੀ ਤਾਂ ਕਰਵਾਉਂਦੇ ਆ ਲੋਕ। ਹੁਣ ਕਿਉਂ ਨਹੀਂ ਕਰਵਾਉਂਦੇ ਹੈਗੇ? ਹੁਣ ਵੀ ਕਰਵਾਉਂਦੇ ਆ। ਜੇ ਏਦਾਂ ਹੀ ਆਪਾਂ ਸੋਚੀ ਗਏ ਫਿਰ ਤਾਂ ਕੰਮ ਹੀ ਨਹੀਂ ਚੱਲਣਾ ਹੈਗਾ। ਮੇਰੇ ਕੋਲ ਕੰਮ ਕੋਈ ਨਹੀਂ, ਮੈਂ ਲਾਈ ਹੈ 4 ਕਲਰ ਮਸ਼ੀਨ ਨਾ, ਸਿੰਗਲ ਕਲਰ ਮਸ਼ੀਨ ਲਾਈ ਸੀ। ਮੇਰੇ ਕੋਲ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਸੀਗਾ, ਨਾ ਮੈਨੂੰ ਪਤਾ ਸੀਗਾ ਵੀ ਕੀ ਹੁੰਦਾ ਇਹ। ਮੈਂ ਵੀ ਲਾਈ ਹੈ, 1 ਸਾਲ ਦੇ ਵਿੱਚ ਡਬਲ ਕਲਰ ਵੀ ਨਾਲੇ ਲੱਗ ਗਈ। ਜੇ ਮੈਂ ਇਹੀ ਸੋਚਦਾ ਰਹਿੰਦਾ ਵੀ ਕੰਮ ਮਿਲੂਗਾ, ਪਤਾ ਨਹੀਂ ਮਿਲੂਗਾ, ਕੀ ਹੋਊਗਾ ਕੀ ਨਹੀਂ ਹੋਊਗਾ, ਚਲੋ ਪ੍ਰੈਸ ਲਾਊਗਾ, ਹਾਂਜੀ, ਫਿਰ ਤਾਂ ਕੋਈ ਵੀ ਨਹੀਂ ਪ੍ਰੈਸ ਲਾ ਸਕਦਾ ਹੈਗਾ। ਜੇ ਆਪਾਂ ਇਹੀ ਸੋਚੀ ਜਾਵਾਂਗੇ ਵੀ ਕੰਮ ਮਿਲੂਗਾ, ਪਤਾ ਨਹੀਂ ਮਿਲੂਗਾ। ਹਾਂ, ਕੰਮ ਨਹੀਂ, ਉਹ ਫਿਰ ਉਹਦਾ ਹੱਲ ਕੀ ਹੈ? ਪ੍ਰੈਸ ਬੰਦ ਕਰ ਦਿਓ, ਉਹਦਾ ਹੱਲ ਕੀ ਹੈ? ਉਸ ਦੀ ਹੱਲ ਦੀ ਗੱਲ ਕਰ ਰਹੇ ਆ ਕਿ ਆਪਾਂ ਉਹ ਜਿਹੜਾ ਕੰਮ ਹੈਗਾ ਉਹਨੂੰ ਮਿਲ ਕੇ ਕਰ ਲਓ ਤਾਂ ਕੰਮ ਹੋ ਜਾਏਗਾ। ਹਰ ਕੋਈ ਕਰਦਾ, ਮਿਲ ਕੇ ਹੀ ਕਰਦਾ ਹੈ। ਨਹੀਂ, ਮਿਹਨਤ ਅੱਛੀ ਲੱਗੀ। ਮੈਂ ਤਾਂ ਕਹਿੰਦਾ ਵੀ ਇਹ ਹਰ ਜਗ੍ਹਾ ਇਹੀ ਕੰਮ ਹੁੰਦਾ।
ਨਹੀਂ ਉਹ ਸਾਰੇ ਇੰਡੀਆ 'ਚ ਹੀ ਹੋ ਰਿਹਾ ਹੁਣ ਤਾਂ। ਬਾਕੀ ਅਸੀਂ ਜਿਹੜੀ ਸਾਡੇ ਕੋਲ ਵੀ ਜਿਹੜਾ ਸੀ ਵੀ ਆਰ ਨਾਟ ਸਟਾਪਡ ਦੈਟ, ਸਾਡੇ ਕੋਲ ਵੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਅਗਰ ਕੋਲਸਟਰ ਦੀ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ 20 ਬੰਦੇ ਚਾਹੀਦੇ, 20 ਬੰਦੇ ਹੋਣਗੇ ਤਾਂ ਹੋਏਗਾ ਨਾ, ਜੇ 20 ਬੰਦੇ ਨਹੀਂ ਹੈ ਤਾਂ ਫਿਰ ਤਾਂ ਨਹੀਂ ਬਣਨਾ। ਚਲੋ 20 ਹੋਣਗੇ ਤਾਂ ਬਣੇਗਾ ਨਾ, ਕੋਸ਼ਿਸ਼ ਕਰੋ, ਕੋਸ਼ਿਸ਼ ਕਰਦਾ। ਹਾਂ ਭੇਜਿਆ ਮੈਸੇਜ ਸਭ ਨੂੰ, ਫੋਨ ਤੇ ਗੱਲ ਵੀ, 1-2 ਬੰਦੇ ਆਏ ਵੀ ਹੈ, ਹੋ ਸਕਦਾ ਚੱਲ ਪਏ ਪ੍ਰੋਗਰਾਮ, ਲੇਕਿਨ ਉਹ ਤਾਂ ਬਾਅਦ ਦੀ ਗੱਲ ਹੈ। ਸਰ ਇੱਕ ਮੈਂ ਹਾਂਜੀ ਬੋਲੋ ਬੋਲੋ। ਮੈਂ ਇਹ ਕਹਿਣਾ ਚਾਹ ਰਿਹਾ ਸੀ ਨਾ, ਕਲਸਟਰ ਦਾ ਥੋੜਾ ਜਿਹਾ ਬੈਨੀਫਿਟ ਹੋ ਜਾਏਗਾ ਕਿ ਇੱਕ ਤਾਂ ਵਰਕਿੰਗ ਕੈਪੀਟਲ ਮਿਲ ਜਾਏਗੀ, ਕਿ ਕੋਵਿਡ ਕਰਕੇ ਬੰਦਿਆਂ ਕੋਲ ਸਾਰਿਆਂ ਕੋਲ ਫੰਡ ਦੀ ਕਮੀ ਹੈ। ਗਵਰਨਮੈਂਟ ਨੇ ਜਿਵੇਂ 20 ਕਰੋੜ ਦੀ ਕਲਸਟਰ ਦੀ ਵਰਕਿੰਗ ਕੈਪੀਟਲ ਨਹੀਂ ਮਿਲਦੀ। ਹਾਂ ਮੈਂ ਨਹੀਂ ਇੱਕ ਮੈਂ ਵੈਸੇ ਗੱਲ ਕਰਦਾ, ਯਾਨੀ ਇੱਕ ਤਾਂ ਹਾਈ ਸਪੀਡ ਮਸ਼ੀਨ ਆ ਜਾਏਗੀ, ਜੋ ਚੀਜ਼ ਆਪਾਂ ਜਿਵੇਂ ਹੁਣ ਆਪਾਂ ਮਿਲ ਕੇ ਕਰਦੇ ਆ, ਹੁਣ ਇੱਕ ਬੰਦੇ ਨੇ ਇੱਕ ਰੇਟ ਫਿਕਸ ਕੀਤਾ ਹੋਇਆ ਕਿ ਉਹ ਪ੍ਰਿੰਟਿੰਗ ਦਾ ਉਹ 2500 ਰੁਪਏ ਲੈਂਦਾ ਹੈਗਾ। ਜਦ ਆਪਾਂ ਕਲਸਟਰ ਤੇ ਆਪਣਾ ਉਹੀ ਕੰਮ ਲੈ ਕੇ ਜਾਵਾਂਗੇ ਤਾਂ ਉਹੀ ਕੰਮ ਆਪਣਾ 1500 ਰੁਪਏ 'ਚ ਹੋਏਗਾ। ਉਹ ਆਪਾਂ ਨੂੰ ਬੈਨੀਫਿਟ ਹੋਏਗਾ, ਯਾਨੀ ਆਪਣਾ ਸਸਤਾ ਪ੍ਰੋਡਿਊਸ ਕਰਾਂਗੇ। ਪਲੱਸ 20 ਬੰਦੇ ਡਿਫਰੈਂਟ ਲਾਈਨਸ ਤੋਂ, ਪੇਪਰ ਵਾਲਾ ਹੋਏਗਾ, ਕੋਈ ਕਲਰ ਵਾਲਾ ਹੋਏਗਾ, ਸਭ ਬੰਦੇ ਆਪਣੀ ਆਪਣੀ ਐਫਰਟਸ ਲੈ ਕੇ, ਮਾਰਕੀਟਿੰਗ ਵੀ ਆਪਣੀ ਵੱਧ ਜਾਏਗੀ ਤਾਂ ਉਹਦੇ ਨਾਲ ਕੰਮ ਵੀ ਵਧੇਗਾ। ਤਾਂ ਉਹੀ ਕੋ ਬੈਨੀਫਿਟ ਹੋ ਸਕਦਾ ਹੈ। ਮਤਲਬ ਕਲਸਟਰ ਦਾ ਮਤਲਬ ਹੈ ਸੇਵਾ, ਤੁਸੀਂ ਸਮਝੋ। ਕਲਸਟਰ ਗਵਰਨਮੈਂਟ ਤੁਹਾਨੂੰ ਪੈਸਾ ਦਿੰਦੀ ਹੈ ਕਿ ਵੀ ਲੁਧਿਆਣੇ ਦੇ ਪ੍ਰਿੰਟਰ ਦੀ ਤੁਸੀਂ ਸੇਵਾ ਕਰੋ। ਐਕਚੁਅਲੀ ਹੈ ਕੋਈ ਵੀ ਪ੍ਰਿੰਟਰ ਉੱਥੇ ਕੰਮ ਕਰਾ ਸਕਦਾ, ਅਗਰ ਇੱਕ ਵੀ ਪ੍ਰਿੰਟਰ ਨੇ ਤੁਹਾਨੂੰ ਮਨਾ ਕਰਤਾ ਤੇ ਉਦੋਂ ਹੀ ਕਲਸਟਰ ਬੰਦ ਹੋ ਜਾਏਗਾ। ਜੇ ਤੁਸੀਂ ਕਿਸੇ ਨੂੰ ਮਨਾ ਕਰਤਾ, ਰੇਟ ਥੋੜਾ ਬਹੁਤ ਫਰਕ ਹੋ ਸਕਦਾ, ਬਹੁਤ ਜ਼ਿਆਦਾ ਨਹੀਂ, ਥੋੜਾ ਬਹੁਤ ਰੇਟ ਜੋ ਵੀ ਉਹਦਾ ਮਿਨੀਮਮ ਜੋ ਰੇਟ ਹੋਏਗਾ ਉਹ ਮਾਰਕੀਟ ਨਾਲੋਂ ਘੱਟ ਹੋਣਾ ਚਾਹੀਦਾ। ਉਹਨੂੰ ਕੈਲਕੂਲੇਸ਼ਨ ਕਰਦੇ ਹੋ। ਆਪਾਂ ਇਹ ਨਾ ਸੋਚੀਏ ਕਿ ਬਹੁਤ ਵੱਡੀ ਕੋਈ ਜੰਗ ਜਿੱਤਣ ਵਾਲੀ ਗੱਲ ਹੈ। ਪ੍ਰੋਬਲਮ ਸਿਰਫ ਕੰਮ ਦੀ ਹੈ। ਅਗਰ ਕੰਮ ਹੈ ਦੈਟ ਇਜ਼ ਓਕੇ। ਗੱਲ ਤਾਂ ਸਿਰਫ ਇਕੱਠਾ ਹੋਣ ਦੀ ਹੈ। ਹੋਰ ਗੱਲ ਨੂੰ ਮੇਰੀ ਸਮਝ ਨਹੀਂ ਰਹੀ। ਜਦ ਤੱਕ ਆਪਾਂ ਇਕੱਠੇ ਨਹੀਂ ਹੋਵਾਂਗੇ ਤਾਂ ਕੁਝ ਵੀ ਨਹੀਂ ਹੋਣਾ। ਗੱਲ ਤਾਂ ਇੱਕ ਇਕੱਠੇ ਹੋਣ ਦੀ ਹੈ ਨਾ। ਅਗਰ ਇਕੱਠੇ ਹੋ ਗਏ ਤਾਂ ਹੋ ਗਿਆ, ਫਿਰ ਤਾਂ ਸਾਰਾ ਕੁਝ ਹੀ ਬਣ ਗਿਆ। ਫਸਟ ਐਂਡ ਬੇਸਿਕ ਰਿਕੁਆਇਰਮੈਂਟ ਹੈ 20 ਬੰਦਿਆਂ ਦਾ ਇਕੱਠਾ ਹੋਣਾ। ਉਸ ਤੋਂ ਉੱਪਰ ਤਾਂ ਰਿਕੁਆਇਰਮੈਂਟ ਹੈ ਹੀ ਕੋਈ ਨਹੀਂ। ਕਿਉਂਕਿ ਮੈਨੂੰ ਤਾਂ ਇਹ ਪਤਾ ਹੈ ਵੀ ਤੁਸੀਂ ਜਿੱਥੇ ਵੀ ਗਏ ਹੋ, ਇੰਡੀਆ 'ਚ ਗਏ ਹੋ, ਬਾਹਰ ਗਏ ਹੋ, ਲੰਕਾ ਗਏ ਹੋ, ਭੂਟਾਨ ਗਏ ਹੋ, ਜਿੱਥੇ ਵੀ ਗਏ ਹੋ, ਉੱਥੇ ਤੁਸੀਂ ਇਹੀ ਲਫ਼ਜ਼ ਹੁੰਦੇ ਤੁਹਾਡੇ ਵੀ ਮਿਲ ਕੇ ਕੰਮ ਕਰੋ, ਕਲਸਟਰ ਬਣਾਓ। ਉਹੀ ਤਾਂ ਇੱਥੇ ਕਹ ਰਿਹਾ, ਤੁਸੀਂ ਕਹ ਰਹੇ ਮਿਲਣਾ ਨਹੀਂ। ਉਹੀ ਤਾਂ ਮੈਂ ਕਹ ਰਿਹਾ ਮਿਲੋ। ਮੈਂ ਕਹ ਰਿਹਾ ਮਿਲ ਕੇ ਕੰਮ ਤੱਕ ਮਿਲੋ ਤਾਂ ਸਹੀ। ਇੱਥੇ ਮਿਲਦਾ ਤਾਂ ਕੋਈ ਨਹੀਂ, ਸਾਰੇ ਇੰਡੀਵਿਜੂਅਲ ਹੈ। ਹਾਂ ਇਕੱਠਾ ਕਰ ਲਓ ਇੱਕ, ਫਿਰ ਮਸ਼ੀਨ ਇੰਡੀਵਿਜੂਅਲ ਲਾ ਲਓ, ਉੱਥੇ ਅਸੀਂ ਕੰਮ ਕਰਾਵਾਂਗੇ। ਇਹ ਕੀ ਗੱਲ ਹੋਈ? ਫਿਰ ਉੱਥੇ ਨਹੀਂ ਕਰਾਵਾਂਗੇ। ਉੱਥੇ ਹੋਏਗਾ ਨਹੀਂ ਮੇਰਾ ਕੰਮ ਤਾਂ ਬੱਦੀ ਸਸਤਾ ਆ ਰਿਹਾ, ਮੈਂ ਬੱਦੀ ਕਰਾ ਲਵਾਂਗਾ। What are you talking about? ਪਹਿਲੇ ਵੀ ਇਕੱਠੇ ਹੋਣ, ਉਹਦੇ ਪ੍ਰੋਫਿਟ ਔਰ ਲਾਸ ਦੋਨੋਂ ਦੇਖਣਾ ਪੈਣਾ। ਕੱਲ ਨੂੰ ਜੇ ਤਾਂ ਉਹ ਮਸ਼ੀਨ ਪਹਿਲੇ ਲੱਗੀ ਹੈ, 2 ਸਾਲ ਬਾਅਦ ਉਹ ਮਸ਼ੀਨ ਫਰੀ ਹੋਈ, ਉਹਦਾ ਰੇਟ ਵੀ ਤਾਂ ਚੇਂਜ ਹੋ ਜਾਏਗਾ। ਕੰਪੀਟੀਸ਼ਨ ਹੋਏਗੀ ਤਾਂ ਸਾਰਾ ਕੁਝ ਹੋਏਗਾ। ਫਿਰ ਮੈਂ ਨਹੀਂ ਕਰ ਰਿਹਾ ਉਹਨਾਂ ਮਾੜੀ ਸਕੀਮ ਹੈ, ਲੇਕਿਨ ਜ਼ਰੂਰੀ ਚੀਜ਼ ਤਾਂ ਇਕੱਠੇ ਹੋਣਾ ਯਾਰ। ਆਪਾਂ ਬੇਸਿਕ ਨੂੰ ਭੁੱਲ ਜਾਂਦੇ ਆ, ਬਾਅਦ ਦੀਆਂ ਗੱਲਾਂ ਕਰਦੇ। ਪਹਿਲੇ 20 ਬੰਦੇ ਇਕੱਠੇ ਤਾਂ ਕਰੋ। ਤੁਸੀਂ ਇਕੱਠੇ ਕਰੋ ਨਾ, ਤੁਸੀਂ ਉਹ ਕਰ ਸਕਦੇ ਹੋ। ਨਹੀਂ ਮੈਂ ਤਾਂ ਇਹ ਸਰ, ਮੈਂ ਤਾਂ ਦੇਖੋ ਆਪਾਂ ਰਿਕੁਐਸਟ ਹੀ ਕਰ ਸਕਦੇ, ਕਿਸੇ ਨੂੰ ਜ਼ਬਰਦਸਤੀ ਥੋੜਾ ਕਿਸੇ ਨਾਲ ਕਰਦੇ। ਵੀ ਆਰ ਰਿਕੁਐਸਟਿੰਗ ਆਲ ਦ ਪੀਪਲ, ਜਿਹੜਾ ਵੀ ਆਏਗਾ ਦੇਖੀ। ਠੀਕ ਹੈ ਜੀ, ਓਕੇ। ਚਲੋ ਆਪਾਂ ਤਾਂ ਉੱਥੇ ਹੀ ਸੀ ਜਿਹੜਾ ਸਾਰੇ ਬੰਦਿਆਂ ਨੂੰ। ਹੋਰ ਕਿਸੇ ਨੇ ਕੋਈ ਗੱਲ? ਐਨੀਥਿੰਗ ਐਲਸ? ਨੈਕਸਟ ਟੌਪਿਕ ਦੇ ਲਈ ਹਾਂਜੀ ਭਾਈ ਬੋਲੋ। ਮੈਂ ਤਾਂ ਇਹੀ ਕਹੂੰਗਾ, ਜਿਹੜੀ ਆਪਾਂ ਕਲਸਟਰ ਦੀ ਸਕੀਮ ਦੁਬਾਰਾ ਸੋਚ ਰਹੇ ਹਾਂ, ਬਿਲਕੁਲ ਤੁਹਾਡੀ ਗੱਲ ਪਹਿਲੀ ਦਰੁਸਤ ਆ। ਪਹਿਲਾਂ ਤਾਂ ਆਪਣੇ ਚੋਂ ਸਪਿਰਿਟ ਲੈ ਕੇ ਆਓ ਕਿ ਆਪਾਂ ਇਕੱਠੇ ਹੋਣਾ। ਜਿਹੜੇ ਬੰਦੇ ਵੀ ਇੰਟਰਸਟਿਡ ਹੈਗੇ ਹੁਣ ਦੁਬਾਰਾ ਨਵੇਂ ਸਿਰੋਂ ਅਗਰ ਆਪਾਂ ਪ੍ਰੋਜੈਕਟ ਸ਼ੁਰੂ ਕਰਨਾ, ਉਹ ਬੰਦੇ ਪਹਿਲਾਂ ਤਾਂ ਆਉਣ, ਆਪਣੀ ਕੰਸੈਂਟ ਦੇਣ। ਠੀਕ ਆ, ਸਕੀਮ ਤਾਂ ਗਵਰਨਮੈਂਟ ਦੀ ਅੱਜ ਹੈਗੀ, ਕੱਲ ਨੂੰ ਫੇਰ ਹੋਰ ਬੈਟਰ ਆ ਸਕਦੀ ਹੈ, ਲੇਕਿਨ ਇਹ ਹੈਗਾ ਟਾਈਮ ਟੇਕਿੰਗ ਜੌਬ। ਉਹਦੇ ਵਿੱਚ ਆਪਾਂ ਨੂੰ ਪੇਸ਼ੈਂਸ ਰੱਖਣੀ ਪਊਗੀ। ਪਹਿਲੀ ਤਾਂ ਗੱਲ ਇਹ ਆ ਵੀ ਬਿਲਕੁਲ ਸਹੀ ਗੱਲ ਹੈ, ਇੱਕ ਪਲੇਟਫਾਰਮ ਤੇ ਪਹਿਲਾਂ ਇਕੱਠੇ ਹੋਈਏ ਵੀ ਜਿਹੜੇ ਬੰਦੇ ਮਰਜ਼ੀ ਰੱਖਦੇ ਆ ਵੀ ਅਸੀਂ ਇਕੱਠੇ ਹੋ ਕੇ ਕੰਮ ਕਰੋ, ਉਹ ਬੰਦਿਆਂ ਦੀ ਕੰਸੈਂਟ ਲੈ ਲਓ, ਫਿਰ ਆਪਾਂ ਅਗਲਾ ਪ੍ਰੋਜੈਕਟ ਉਸ ਤੋਂ ਬਾਅਦ ਸ਼ੁਰੂ ਕਰਾਂ। ਚਲੋ ਆਪਾਂ ਇਹ ਤਾਂ ਹੁਣ ਬੰਦਿਆਂ ਨੂੰ ਇਹਦਾ ਪਤਾ ਲੱਗ ਚੁੱਕਿਆ। ਹੁਣ ਨੈਕਸਟ ਟਾਈਮ ਜਿੱਦਾਂ ਵੀ ਆਪਾਂ ਇਹਨੂੰ ਕਰਾਂਗੇ, ਪਹਿਲਾਂ ਇਸ ਚੀਜ਼ ਨੂੰ ਸ਼ੋਰ ਕਰਾਂਗੇ ਕਿ ਕੱਲ ਨੂੰ ਬੰਦੇ ਬੈਕਆਊਟ ਨਾ ਕਰਨ, ਨੰਬਰ 1। ਨੰਬਰ 2, ਪਹਿਲਾਂ ਇਕੱਠੇ ਹੋਣ ਦੀ ਸਪਿਰਿਟ ਦਿਖਾਉਣ, ਫਿਰ ਇਹਦਾ ਪ੍ਰੋਜੈਕਟ ਸ਼ੁਰੂ ਕਰਾਂਗੇ। ਬਾਕੀ ਉਸ ਤੱਕ ਇਹਨੂੰ ਸ਼ੁਰੂ ਕਰਨ ਦੀ ਲੋੜ ਹੀ ਨਹੀਂ। ਸਰ ਬੰਦੇ ਇਕੱਠੇ ਹੋਏ ਤਾਂ ਆਪੇ ਸ਼ੁਰੂ ਹੋ ਜਾਣਾ। ਸਾਡਾ ਪ੍ਰੋਜੈਕਟ 75% ਹੋਇਆ, 25% ਰਹਿੰਦਾ ਹੈ, 75% ਹੋਇਆ ਹੈ। ਥੋੜਾ ਬਹੁਤ ਹੀ ਚੇਂਜ ਕਰਨਾ ਪਏਗਾ ਨਾ, 25% ਰਹਿੰਦਾ। ਬੰਦੇ ਇਕੱਠੇ ਹੋ ਗਏ ਤਾਂ ਕੰਮ ਸ਼ੁਰੂ ਹੋ ਜਾਏਗਾ। ਜੇ ਬਾਕੀ ਨੂੰ 3 ਸਾਲ ਲੱਗਣਗੇ, ਸਾਨੂੰ 2 ਲੱਗਣਗੇ, 1.5 ਲੱਗੇਗਾ। ਟਾਈਮ ਮੈਂ ਨਹੀਂ ਕਦੀ ਵੀ ਨਹੀਂ ਕਹੂੰਗਾ ਟਾਈਮ ਘੱਟ ਲੱਗੇਗਾ। 1.5 ਸਾਲ 2 ਸਾਲ ਤਾਂ ਆਮ ਲੱਗ ਜਾਣੇ ਆ, ਔਰ 3 ਤੱਕ ਲੱਗ ਸਕਦੇ ਆ। ਨਵੇਂ ਪ੍ਰੋਜੈਕਟ ਨੂੰ 3 ਤੋਂ ਘੱਟ ਨਹੀਂ ਲੱਗਣੇ। ਸਾਡੇ ਪ੍ਰੋਜੈਕਟ ਨੂੰ 1.5 ਲੱਗ ਜਾਏਗਾ, 25% ਸਾਡਾ ਪਿਆ। ਲੇਕਿਨ ਜ਼ਰੂਰਤ ਤਾਂ ਬੰਦਿਆਂ ਦੀ ਨਾ ਸਰ। ਅਗਰ ਬੰਦੇ ਨਹੀਂ ਆਣਗੇ ਤਾਂ ਫਿਰ ਤਾਂ ਕੁਝ ਵੀ ਨਹੀਂ ਹੋ ਸਕਦਾ। ਮੈਂ ਤਾਂ ਸਾਰਿਆਂ ਨੂੰ ਵੀਡੀਓ ਪਾਇਆ ਸੀ, ਪਤਾ ਨਹੀਂ ਤੁਹਾਨੂੰ ਵੀ ਭੇਜਿਆ ਸੀ ਵੀਡੀਓ ਇੱਕ, ਜਿੰਦੇ ਜੋ ਦੱਸਿਆ ਕਿ ਵੀ ਦੂਸਰੇ ਦਾ ਲਾਭ ਕਰੋਗੇ ਆਪਣਾ ਫਾਇਦਾ ਤਾਂ ਹੋਣਾ। ਬਿਲਕੁਲ
अपना फायदा सोचोगे फिर नहीं होना। ਅਸੀਂ ਜੇ ਆਪਣਾ ਫਾਇਦਾ ਸੋਚ ਕੇ ਕਲਸਟਰ ਬਣਾਓਗੇ ਤਾਂ ਕਦੀ ਨਹੀਂ ਬਣਨਾ। ਨਹੀਂ ਠੀਕ ਹੈ, ਬਿਲਕੁਲ ਸਹੀ ਗੱਲ। ਫਾਇਦਾ ਸੋਚੋਗੇ ਉਹਨੇ ਲਿਆ ਦੂਜੇ ਦਾ ਭਲਾ ਕਰ, ਤੁਹਾਡਾ ਲਾਭ ਹੋ ਜਾਏਗਾ, ਭਲੇ ਨੂੰ ਉਲਟਾ ਦੋ ਤਾਂ ਲਾਭ ਹੋ ਜਾਂਦਾ ਹੈ। ਉਹ ਬੜਾ ਵਧੀਆ ਵੀਡੀਓ ਸਾਰਿਆਂ ਨੂੰ ਭੇਜਿਆ ਸੀ। ਮੈਂ ਤਾਂ ਕਿਹਾ ਕਿ ਕਲਸਟਰ ਦਾ ਮਤਲਬ ਇਹ ਹੈ ਕਿ ਦੂਸਰੇ ਦਾ ਫਾਇਦਾ। ਬਿਲਕੁਲ ਐਨੀਥਿੰਗ ਹੋਰ ਕੋਈ ਬੰਦਾ ਤੇ ਐਡ ਕਰਨਾ ਚਾਹੇਗਾ? ਪਲੀਜ਼ ਨੈਕਸਟ ਸਾਡੇ ਕੋਲ ਹੈ ਜੀ ਐਡਮਿਸ਼ਨ ਐਂਡ ਐਡਮਿਸ਼ਨ ਰੈਜ਼ਿਗਨੇਸ਼ਨ ਡਿਲੀਸ਼ਨ। ਇੱਕ ਤਾਂ ਸਾਡੇ ਕੋਲ ਸਰ ਉਹ ਹੈ ਕਿ ਜਿਹੜੇ ਪਿਛਲੇ ਵੀ ਮੈਂ ਦਿਖਾਈ ਸੀ, ਇਹ ਸਾਡੇ ਬੰਦੇ ਆ ਜਿਨ੍ਹਾਂ ਦੇ ਪੈਸੇ ਨਹੀਂ ਆਏ, ਮਤਲਬ ਨਾ ਉਹ ਹੁਣ ਤਾਂ ਕਾਫੀ ਦੇਰ ਹੋ ਗਈ, ਹੁਣ ਮੇਰੇ ਖਿਆਲ ਇਹਨਾਂ ਨੂੰ ਡਿਸਕੰਟੀਨਿਊ ਕਰਨਾ ਪਏਗਾ। ਅੰਜਨੇਬਲ ਭਾਵੇ ਐਂਟਰਪ੍ਰਾਈਜ਼, ਹਰਮੀਨ ਸਿੰਘ, ਜੋਤਲਿੰਕਰ, ਕੇ ਸ਼ਾਂਤੀ, ਲਿਖੀ ਪ੍ਰਿੰਟਿੰਗ ਪ੍ਰੈਸ, ਸਮਾਜ ਚਿੰਤਪੁਰਨੀ, ਮਲਿਕ ਪ੍ਰਿੰਟਰ, ਨਿਰਦੋਸ਼ ਬ੍ਰਦਰ, ਓਮ AKS, ਪ੍ਰਾਈਮੋ ਪੈਕਵੈਲ, ਪ੍ਰਿੰਟੋਟੈਕ, ਰਤਾ ਐਂਡ ਕੰਪਨੀ, SP ਐਂਟਰਪ੍ਰਾਈਜ਼, श्री जगदम्बा स्क्रीन, श्री लक्ष्मी क्रिएशन, उड़ान मीडिया, यूनिक पैकेजिंग सोल्यूशन ਤੇ यूनिवर्सल पैकर। ਇਹ ਇਹਨਾਂ ਦੇ ਪੈਸੇ ਸਾਡੇ ਕੋਲ ਨਹੀਂ ਹੈ। ਸਾਡਾ ਇੱਕ ਰੂਲ ਬਣਿਆ ਜੀ, ਜਿੰਨੇ ਪੈਸੇ ਨਹੀਂ ਆਉਂਦੇ ਅਸੀਂ ਐਕਚੁਅਲੀ ਥੋੜਾ ਪਿਛਲੀ ਮੀਟਿੰਗ ਦੀ ਗੱਲ ਹੋਈ ਤਾਂ ਥੋੜਾ ਲੰਬਾ ਖਿੱਚ ਲਿਆ। ਵੈਸੇ ਅਸੀਂ ਫਰਵਰੀ ਚ ਖਤਮ ਕਰ ਰਹੇ ਹਾਂ। ਉਸ ਤੋਂ ਬਾਅਦ ਅਸੀਂ ਇਹ ਕਰ ਰਹੇ ਹਾਂ ਕਿ ਵੀ ਹੁਣ ਜਿਹੜੇ ਜਦੋਂ ਵੀ ਬੰਦਾ ਜੁਆਇਨ ਕਰਨਾ ਉਹਨੂੰ ਪਿਛਲੀ ਸਾਰੀ ਪੇਮੈਂਟ ਕਰਨੀ ਪਏਗੀ। ਜਿਸ ਤਰ੍ਹਾਂ ਕੇ ਸ਼ਾਂਤੀ ਵਾਂਟਡ ਟੂ ਜੁਆਇਨ, ਉਹ ਪਿਛਲੀ ਸਾਰੀ ਪੇਮੈਂਟ ਕਰ ਰਿਹਾ, ਉਹਦੇ ਥੋੜੇ ਰਹਿੰਦੇ, ਇਸ ਕਰਕੇ ਮੈਂ ਲਿਖਿਆ। ਅਮਰਜੋਤ ਕੁਝ ਕਰਨ ਜਾ ਰਿਹਾ। ਅਮਰਜੋਤ ਬੋਲੋ। ਸਰ ਜੀ ਐਕਚੁਅਲੀ ਕੀ ਹੈ, ਤੁਸੀਂ ਭਾਵੇਂ ਵਾਲਿਆਂ ਨੇ ਮੈਨੂੰ ਚੈੱਕ ਦਿੱਤਾ ਸੀਗਾ, ਫੈਬ ਦੇ ਵਿੱਚ ਭੇਜਿਆ ਸੀਗਾ, ਲੇਕਿਨ ਉਹ ਰਿਹਾ, ਉਹ ਲੋਕਡਾਊਨ ਕਾਰਨ ਉਹਨਾਂ ਦਾ ਚੈੱਕ ਆਪਾਂ ਲਾ ਨਹੀਂ, ਮੇਰੇ ਕੋਲ ਹੀ ਪਿਆ ਸੀ। ਉਹਨਾਂ ਦਾ ਮੈਨੂੰ ਕੱਲ ਵੀ ਗੱਲ ਹੋਈ ਸੀ, ਉਹਨਾਂ ਦਾ ਚੈੱਕ ਆਪਣੇ ਕੋਲ ਆ ਜਾਏਗਾ। ਮੈਂ ਤਾਂ ਵਿੱਚ ਗੱਲ ਕੀਤੀ ਸੀ ਵੀ ਉਹਨਾਂ ਦਾ ਚੈੱਕ ਆਇਆ ਸੀ, ਲੇਕਿਨ 3 ਮਹੀਨੇ ਡੇਟ ਪਾ ਕੇ ਹੁੰਦਾ, ਉਹ ਬੇਸਿਕਲੀ ਐਕਸਪਾਇਰ ਹੋ ਚੁੱਕਾ। ਉਹਨਾਂ ਨਾਲ ਮੈਂ ਦੁਬਾਰਾ ਗੱਲ ਹੋਈ ਸੀ, ਕਿਉਂਕਿ ਉਹਨਾਂ ਨੇ ਮੈਨੂੰ ਫੋਨ ਆਇਆ ਯਾਰ ਤੁਸੀਂ ਚੈੱਕ ਲਗਾਇਆ ਨਹੀਂ। ਮੈਂ ਕਿਹਾ ਚੈੱਕ ਮੈਂ ਉੱਥੇ ਲੋਕਡਾਊਨ ਚ ਪਹੁੰਚਾ ਹੀ ਨਹੀਂ ਸਕਿਆ, ਤੇ ਉਹਨਾਂ ਚੈੱਕ ਆਪਣੇ ਕੋਲ ਦੁਬਾਰਾ ਆ ਜਾਊਗਾ ਭਾਵੇਂ ਐਂਟਰਪ੍ਰਾਈਜ਼। ਚਲੋ ਜੋ ਜਿਹੜੇ ਚੈੱਕ ਕਰਦੇ ਆ ਉਹ ਤਾਂ ਅਸੀਂ ਫਿਰ ਰਿਸੀਵ ਕਰ ਲਾਂਗੇ, ਫੜਨਗੇ ਫਿਰ। ਠੀਕ ਹੈ ਜੀ। ਸਾਡਾ ਸਿਸਟਮ ਹੀ ਅਸੀਂ ਕਿਸੇ ਨੂੰ ਕੱਢਦੇ ਨਹੀਂ ਆ, ਕੈਪਟਨ ਅਬੇਸ ਕਰੀਦਾ। ਜਦੋਂ ਵੀ ਬੰਦਾ ਪੁਰਾਣੀ ਪੇਮੈਂਟ ਕਰਦਾ ਹੈਗਾ ਆ ਜਾਏਗਾ। ਠੀਕ ਹੈ। ਜਦੋਂ ਵੀ ਜਿੰਨੀ ਵੀ ਪੇਮੈਂਟ ਹੋਏਗੀ, ਜੋ ਪੇਮੈਂਟ ਆਏਗੀ ਦੇ ਵਿਲ ਅਗੇਨ ਬੀ ਅ ਮੈਂਬਰ। ਟਿਲ ਦੈਟ ਟਾਈਮ ਅਸੀਂ ਉਹਦੀ ਡਾਕ ਵਗੈਰਾ ਸਟਾਪ ਕਰ ਦਿੱਤੀ ਆਲਰੇਡੀ। ਇਹਨਾਂ ਬੰਦਿਆਂ ਦੀ ਅਸੀਂ ਕੋਰਸਪੋਂਡੈਂਸ ਸਟਾਪ ਕਰਤੀ। ਹੁਣ ਅਸੀਂ ਇਹ ਵੀ ਸੋਚਿਆ ਕਿ ਇਹਨਾਂ ਬੰਦਿਆਂ ਨੂੰ, ਜਿਹੜੇ ਵੀ ਬੰਦੇ ਸਾਡੇ ਨਾਨ ਮੈਂਬਰ ਹੋਣਗੇ, ਉਹਨਾਂ ਨੂੰ ਕੋਈ ਇਨਫੋਰਮੇਸ਼ਨ ਅਸੀਂ ਨਹੀਂ ਦਿਆਂਗੇ। ਅੱਗੇ ਅਸੀਂ ਦੇ ਦਿੰਦੇ ਸੀ ਐਜ਼ ਅ ਲਿਬਰਟੀ। ਹੁਣ ਕਿਆ ਕੋਈ ਫਾਇਦਾ ਹੀ ਨਹੀਂ। ਜਿਹੜੇ ਬੰਦਾ ਮੈਂਬਰ ਨਹੀਂ ਹੋਊਗਾ, ਪਹਿਲੇ ਮੈਂਬਰ ਹੋਣ, ਫਿਰ ਤੁਹਾਨੂੰ ਖਬਰ ਮਿਲੇਗੀ ਜੋ ਵੀ ਖਬਰ ਲੈਣੀ। ਠੀਕ ਹੈ। ਅੱਗੇ ਅਸੀਂ ਕਰ ਦਿੰਦੇ ਲਿਬਰਟੀ। ਇਹ ਸਾਡੇ ਹੈ। ਠੀਕ ਹੈ। ਹਾਂਜੀ, ਮੈਂ ਸਮਝਦਾ ਇਹਨਾਂ ਨੂੰ ਅਗਰ ਜਿਨ੍ਹਾਂ ਦੇ ਨਹੀਂ, ਆਪਾਂ ਉਹਨਾਂ ਨੂੰ ਰਿਮਾਈਂਡਰ ਵੀ ਕਾਫੀ ਦਿੱਤੇ ਹੋਣਗੇ, ਬਹੁਤ ਦਿੱਤੇ, ਫੋਨ ਵੀ ਕੀਤੇ ਸਰ, ਬੰਦਾ ਜਾ ਕੇ ਵੀ ਆਇਆ। ਫਿਰ ਮੇਰੇ ਖਿਆਲ ਨਾਲ ਆਪਾਂ ਡਿਸਕੰਟੀਨਿਊ ਕਰ ਦੋ, ਉਹੀ ਇਨਫੋਰਮੇਸ਼ਨ ਬਲੌਕ ਕਰ ਦਿਓ, ਔਰ ਬਾਕੀ ਜੋ ਵੀ ਹੈ ਠੀਕ ਹੈ। ਸੋ ਦੈਟ ਅਦਰਵਾਈਜ਼ ਤਾਂ ਇਹ ਚੱਲੀ ਜਾਊਗਾ ਲੰਮਾ, ਜਿੰਨਾ ਮਰਜ਼ੀ ਖਿੱਚੀ ਜਾਓ, ਹਰ ਵਾਰੀ ਏਜੰਡੇ 'ਚ ਵੀ ਆਈ ਜਾਊ। ਇੱਕ ਸਾਡੇ ਕੋਲ ਨੀਰਜ ਗੁਪਤਾ ਦਾ ਰਿਜ਼ਾਈਨ ਆਇਆ ਹੋਇਆ 3 ਜੂਨ ਦਾ। I would not be able to continue my services as core committee / executive committee member. I will serve myself as a member of WhatsApp Association. Please accept my resignation. ਇਹ ਸਰ ਇੱਕ ਨੀਰਜ ਜੀ ਰਿਜ਼ਾਈਨ ਕਰਕੇ ਤੇ ਇੱਕ ਸ਼ਰਮਾ ਜੀ ਰਿਜ਼ਾਈਨ ਕਰਕੇ ਗਏ। ਸ਼ਰਮਾ ਦਾ ਰਿਜ਼ਾਈਨ ਨਹੀਂ ਹੈ ਮੇਰੇ ਕੋਲ, ਬਿਲਕੁਲ ਨਹੀਂ ਆਇਆ। ਇਸ ਕਰਕੇ ਹੁੰਦਾ ਤਾਂ ਮੈਂ ਲਿਆ ਹੁੰਦਾ ਨਾ। ਬਟ ਸਰ ਮੇਰੀ ਨਾ ਐਕਚੁਅਲੀ ਬਾਈ ਚਾਂਸ ਮੈਂ ਪਰਸੋਂ ਸ਼ਰਮਾ ਜੀ ਨੂੰ ਫੋਨ ਕੀਤਾ ਸੀਗਾ, ਕਿਉਂਕਿ ਆਪਾਂ ਮੀਟਿੰਗ 'ਚ ਬੈਠੇ ਮੈਂ ਗੱਲ ਕਰ ਰਿਹਾ, ਤੇ ਸ਼ਰਮਾ ਜੀ ਕਹਿੰਦੇ ਸੀ ਕਿ ਮੈਂ ਕਮਲ ਜੀ ਨੂੰ WhatsApp ਤੇ ਰਿਜ਼ਾਈਨ ਭੇਜਤਾ ਹੋਇਆ। ਮੇਰੀ ਪਰਸੋਂ ਗੱਲ ਹੋਈ ਸੀ, ਤਾਂ ਉਹ ਕਹਿ ਰਹੇ ਸੀਗੇ। ਹੁਣੇ ਦੇਖ ਲੈਣਾ। ਰਾਈਟ। ਉਹਨਾਂ ਨੇ ਇਹੀ ਕਿਹਾ ਸੀਗਾ ਕਿ WhatsApp ਤੇ ਭੇਜੋ। ਉਹਨਾਂ ਦੇ ਲੜਕੇ ਨੇ ਵੀ ਕਿਹਾ ਤੁਸੀਂ WhatsApp ਤੇ ਕਰਦੇ, ਕਰਨਾ ਨਹੀਂ ਤਾਂ ਕੰਟੀਨਿਊ ਰੱਖਾਂਗੇ ਪਹਿਲੇ ਜੀ। ਪਰ ਉਹਨਾਂ ਨਾ ਅਰੇ ਇੰਨੀ ਗੱਲ ਤਾਂ ਉਹਨਾਂ ਨੇ ਮੈਨੂੰ ਵੀ ਕਹੀ ਹੈ ਕਿ WhatsApp ਤੇ ਮੈਂ ਭੇਜਿਆ ਨਹੀਂ। ਹਾਂ ਭੇਜਿਆ, ਸੌਰੀ 10 ਜੂਨ ਨੂੰ ਭੇਜਿਆ, ਨਹੀਂ ਹੁਣ ਭੇਜਿਆ 10 ਜੂਨ ਨੂੰ। ਓਕੇ, ਹੁਣ ਆਇਆ ਸਰ ਇੱਕ ਹੋਰ ਦਿਨ ਆ ਗਿਆ ਜੀ 10 ਜੂਨ ਨੂੰ। ਇਹ ਵੀ ਬੰਦਾ ਕੰਟੀਨਿਊ ਕਰਨਾ ਚਾਹੁੰਦਾ ਸੀਗਾ। ਇਹ 10 ਜੂਨ ਨੂੰ ਆਇਆ, ਮਤਲਬ ਮੈਂ ਹੁਣ ਤਾਂ ਹੀ ਲਿਖਿਆ 10 ਜੂਨ ਨੂੰ ਆਇਆ। ਕੌਣ ਹੈ ਬੰਦੇ ਇਹ ਸਰ ਪ੍ਰਿੰਟਰ ਨਹੀਂ ਹੈ, ਦੋਨੋਂ ਹੀ ਪ੍ਰਿੰਟਰ ਨਹੀਂ ਹੈ। ਇਹ ਇੱਕ ਤਾਂ ਨੀਰਜ ਗੁਪਤਾ ਤੁਸੀਂ ਜਾਣਦੇ ਹੋ। ਹਾਂ ਉਹ ਤਾਂ ਮੈਂ ਜਾਣਦਾ ਬੰਦੇ ਨੂੰ। ਅਰੁਣ ਕਿਹੜਾ ਪੇਪਰ ਇਹਨਾਂ ਦਾ, ਕਿਹੜੀ ਪੇਪਰ ਦੁਕਾਨ? ਅਰੁਣ ਸਰ ਇਹਨਾਂ ਦਾ ਨਵਾਂ ਪੇਪਰ ਦਾ ਮਾਲ ਵੇਚਦੇ ਨੇ। ਕ੍ਰਿਸ਼ਨਾ ਪੇਪਰ ਏਜੰਸੀ ਦੇ ਨਾਮ ਤੇ। ਕਿਸ਼ਨਾ ਡੁਪਲੈਕਸ ਰੀਲਸ ਵੇਚਦੇ ਨੇ, ਅਨਕੋਟਡ ਪਲੱਸ 90 ਦਾ ਕੋਟਡ ਵੇਚਦੇ ਨੇ। ਇਹ 10 ਤਰੀਕ ਨੂੰ ਆਇਆ ਜੀ ਰਿਜ਼ਾਈਨ। ਮੇਰੇ ਕੋਲ ਫੋਨ ਕਰਨ ਤੋਂ ਬਾਅਦ ਆਇਆ ਮੈਨੂੰ। ਹਾਂ ਮੈਂ ਉਹੀ ਕਹਿ ਰਿਹਾ, ਮੇਰੀ ਪਰਸੋਂ ਬਾਈ ਚਾਂਸ ਗੱਲ ਹੋਈ ਸੀ। ਉਹ ਆਲ ਡਿਊ ਟੂ ਮਟੀਰੀਅਲ ਮੈਂ ਉਹਨਾਂ ਕੋਲ ਕੁਝ ਲੈਣਾ, ਅਨਕੋਟਡ ਰੀਲਸ ਲੈਣਾ ਵਾ, ਤੇ ਤਾਂ ਗੱਲ ਹੋਈ ਸੀ। ਤਾਂ ਉਹਨਾਂ ਨੇ ਕਿਹਾ ਵੀ ਰੀਜ਼ਨ ਕੀ ਹੈ? ਰੀਜ਼ਨ ਕੁਝ ਲਿਖਿਆ ਇਹਨਾਂ ਨੇ ਵੀ ਲਿਖਿਆ। ਇਹਨੇ ਲਿਖਿਆ ਜੀ I hereby invite your attention that due to my business, I have to go out of station and come back to home daily. So I'm unable to join the weekly meeting. So I hereby submit my resignation from the core committee. Please accept. ਠੀਕ ਹੈ ਸਰ, ਜਿਹੜੇ ਬੰਦੇ ਨਹੀਂ ਕੰਟੀਨਿਊ ਕਰਨਾ ਚਾਹੁੰਦੇ we should accept.
ਉਹ ਸਾਡੇ ਕੋਲ ਕੋਈ ਰਸਤਾ ਨਹੀਂ। ਜੀ ਸਰ ਮੇਰੇ ਕੋਲ ਤਾਂ ਇਹੀ ਹੈ ਸਰ, ਐਨੀ ਅਦਰ ਕੋਈ ਹੋਰ ਗੱਲ ਕੋ ਕਰਨੀ ਚਾਹੀਦੀ? ਬਸ ਆਈ ਥਿੰਕ ਸਾਨੂੰ ਆਪਣੀ ਮੀਟਿੰਗ ਕੰਟੀਨਿਊ ਕਰਨੀਆਂ ਚਾਹੀਦੀਆਂ ਇਦਾਂ ਹੀ ਥਰੂ ਵੈਬਿਨਾਰ ਥਰੂ ਇਹ ਮਹੀਨਾ ਸਰ, ਹਰ ਮਹੀਨੇ ਰੱਖਾਂਗੇ, ਕੋਸ਼ਿਸ਼ ਕਰਾਂਗੇ ਹਰ ਮਹੀਨੇ ਚੱਲੂ ਰਹੇ। ਫਿਰ ਵੀ ਹਰ ਬੰਦੇ ਦੀ, ਮੈਂ ਸਮਝਦਾ ਹਰ ਮੈਂਬਰ ਦੀ ਡਿਊਟੀ ਵੀ ਆ ਕਿ ਉਹਨੂੰ ਅੱਜ, ਕਿਉਂਕਿ ਐਵਰੀਬਡੀ ਅੱਜ ਕੋਈ ਵੀ ਗਵਰਨਮੈਂਟ ਦੀਆਂ ਸਕੀਮਸ ਨੇ ਜਾਂ ਕੋਈ ਨਾ ਕੋਈ ਬੰਦਾ ਉਹਨੂੰ ਜ਼ਰੂਰ ਆਪਣੇ ਆਪਣੇ ਨਜ਼ਰੀਏ ਨਾਲ ਪੜ੍ਹਦਾ। ਔਰ ਜਿੱਦਾਂ ਵੀ ਅਸੀਂ ਇੰਡਸਟਰੀਅਲਿਸਟ ਨੂੰ ਜਾਂ ਲੋਕਾਂ ਨੂੰ ਮਿਲਦੇ ਹਾਂ ਅੱਜ, ਚਾਹੇ ਫੋਨ ਤੇ ਹੀ ਗੱਲਾਂ ਹੁੰਦੀਆਂ, ਹਰ ਬੰਦਾ ਸਾਨੂੰ ਕੋਈ ਨਵੀਂ ਗੱਲ ਜ਼ਰੂਰ ਦੱਸਦਾ। ਜਿੱਦਾਂ ਅੱਜ ਇੰਡੋ ਚਾਈਨਾ ਬਾਰਡਰ ਦੇ ਉੱਤੇ ਟੈਨਸ਼ਨ ਆ, ਹੋ ਸਕਦਾ ਜੰਗ ਦਾ ਮਾਹੌਲ ਆ, ਇਹਦੇ ਵਿੱਚ ਵੀ ਕਈ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਕਿ ਗਵਰਨਮੈਂਟ ਬੈਨ ਕਰ ਰਹੀ ਹੈ ਕਈ ਪ੍ਰੋਡਕਟ, ਉਹਦੇ ਵਿੱਚ ਹੋ ਸਕਦਾ ਅਸੀਂ ਵੀ ਬੈਨੀਫਿਟਡ ਹੋਈਏ ਜਾਂ ਅਫੈਕਟਡ ਹੋਈਏ, ਦੋਨੇ ਚੀਜ਼ਾਂ, ਕੁਝ ਵੀ ਹੋ ਸਕਦਾ। ਸੋ ਇਹ ਚੀਜ਼ਾਂ ਵੀ ਸਾਨੂੰ ਸ਼ੇਅਰ ਕਰਨੀਆਂ ਚਾਹੀਦੀਆਂ। ਮੈਂ ਤੁਹਾਨੂੰ ਦੱਸਿਆ ਵੀ ਕੋਈ ਵੀ ਚੀਜ਼ ਜਿਹੜੀ ਆਪਣੀ ਇੰਡਸਟਰੀ ਨੂੰ ਫਾਇਦਾ ਪਹੁੰਚਾਉਂਦੀ ਹੈ ਜਾਂ ਉਹ ਆਪਣੀ ਇੰਡਸਟਰੀ ਨੂੰ ਕੋਈ ਨੁਕਸਾਨ ਪਹੁੰਚਾਉਂਦੀ ਹੈ ਕਿਸੇ ਵੀ ਕਿਸਮ ਨਾਲ, ਚਾਹੇ ਉਹ ਟੈਂਪਰੇਰੀ ਹੈ ਚਾਹੇ ਉਹ ਪਰਮਾਨੈਂਟ ਆ, ਉਹ ਆਪਾਂ ਜ਼ਰੂਰ ਸ਼ੇਅਰ ਕਰੀਏ ਸੋ ਦੈਟ ਅਕੋਰਡਿੰਗਲੀ ਬੰਦੇ ਅਟੈਂਸ਼ਨ ਆਪਣੀ ਉਹਦੇ ਆਪਣਾ ਅਵੇਅਰ ਹੋ ਜਾਣਗੇ, ਪਲੱਸ ਬੈਟਰ ਪਲੈਨਿੰਗ ਕਰ ਲੈਣਗੇ ਔਰ ਸੋਲੂਸ਼ਨ ਕੱਢਣਗੇ ਉਹਦਾ। ਐਸੋਸੀਏਸ਼ਨ ਦਾ ਪਲੇਟਫਾਰਮ ਇਸੇ ਵਾਸਤੇ ਹੀ ਹੈ। ਸੋ ਆਈ ਥਿੰਕ ਜ਼ਰੂਰੀ ਨਹੀਂ ਆਪਾਂ ਵੇਟ ਕਰਨੀ ਆ, ਕਿਸੇ ਵੀ ਮਾਧਿਅਮ ਨਾਲ ਆਪਾਂ ਫੋਨ ਤੇ ਗੱਲ ਕਰ ਸਕਦੇ ਹਾਂ ਵੀ ਇਹ ਚੀਜ਼ ਮੇਰੀ ਨੌਲੇਜ ਚਾਹੀਦੀ ਆ ਇੱਕ ਇੰਡਸਟਰੀ ਐਜ਼ ਏ ਹੋਲ, ਇੱਕ ਪਰਟੀਕੂਲਰ ਸਾਡੀ ਇੰਡਸਟਰੀ ਵਾਸਤੇ। ਸੋ ਇੱਦਾਂ ਹੀ ਆਪਾਂ ਆਪਣੇ ਮੈਂਬਰ ਤੱਕ ਇਨਫੋਰਮੇਸ਼ਨ ਪਹੁੰਚਾ ਸਕਦੇ ਹਾਂ ਔਰ ਇੱਦਾਂ ਹੀ ਜਦੋਂ ਮਰਜ਼ੀ ਸ਼ਾਰਟ ਨੋਟਿਸ ਤੇ ਜ਼ੂਮ ਮੀਟਿੰਗ ਲਈ ਇਕੱਠੇ ਹੋ ਸਕਦੇ ਹਾਂ ਇੱਕ ਘੰਟੇ ਵਾਸਤੇ, ਵੇਅਰ ਵੀ ਕੈਨ ਡਿਸਕਸ। ਉੱਥੇ ਹਰ ਬੰਦੇ ਦਾ ਵਿਚਾਰ ਵੀ ਹੋ ਜਾਣਗੇ ਕਿ ਹੋ ਸਕਦਾ ਜਿਸ ਸੋਚਣਾ ਮੈਂ ਸੋਚ ਰਿਹਾ ਕਿ ਵਾਕਈ ਇਹ ਗੱਲ ਸਹੀ ਹੈ, ਜਾਂ ਮੈਂ ਇੱਕ ਚੀਜ਼ ਅਖਬਾਰ 'ਚ ਪੜ੍ਹੀ, ਮੈਂ ਆਪਣੇ ਨਜ਼ਰੀਏ ਨਾਲ ਸੋਚ ਕੇ ਇੱਕ ਆਪਣੀ ਰਾਏ ਬਣਾ ਕੇ ਦਿੱਤੀ। ਸੋ ਦੋ ਚੀਜ਼ਾਂ ਹੀ ਉਹਦੇ ਵਿੱਚ ਆਪਾਂ ਨੂੰ ਅਥੈਂਟੀਕੇਟ ਕਰਦੀਆਂ। ਸਭ ਤੋਂ ਪਹਿਲਾਂ ਤਾਂ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਜਿਹੜੀ ਕਿ ਉਹਨੂੰ ਅਥੈਂਟੀਕੇਟ ਕਰਦੀ ਕਿ ਯੈਸ ਇਟ ਇਜ਼ ਰਾਈਟ ਔਰ ਰੋਂਗ, ਜਾਂ ਕਿਸੇ ਅਖਬਾਰ ਦੀ ਜਾਂ ਕਿਸੇ ਟੈਲੀਫੋਨ ਆਪਣਾ ਜੋ ਆਪਾਂ ਟੀਵੀ ਤੇ ਦੇਖਦੇ ਹਾਂ ਕਿਸੇ ਮਿਨਿਸਟਰ ਦੀ ਉਹਨੇ ਕੋਈ ਆਪਣੀ ਸਪੀਚ 'ਚ ਗੱਲ ਕਹੀ ਹੈਗੀ ਆ, ਜਾਂ ਕਿਸੇ ਮਿਨਿਸਟਰੀ ਪਰਟੀਕੂਲਰ ਮਿਨਿਸਟਰੀ ਨੇ ਕੋਈ ਆਪਣਾ ਬਿਆਨ ਜਾਰੀ ਕੀਤਾ। ਸੋ ਸਾਨੂੰ ਉਹਦੇ 'ਚ ਮਤਲਬ ਸਾਡੀ ਨੌਲੇਜ ਚਾਹੁੰਦੀ ਹੈ। ਅੱਜ ਮੈਂ ਸਮਝਦਾ ਹਰ ਬੰਦਾ ਇਸ ਲਈ ਅਲਰਟ ਆ, ਆਪਣੇ ਕੰਮ ਦੇ ਨਾਲ ਨਾਲ ਇੱਧਰ ਵੀ ਧਿਆਨ ਦੇ ਰਿਹਾ। ਉਹੀ ਚੀਜ਼ਾਂ ਨੇ ਸਾਨੂੰ ਵੱਧ ਤੋਂ ਵੱਧ ਕਰਨੀਆਂ ਚਾਹੀਦੀਆਂ। ਆਪਣੇ ਐਸੋਸੀਏਸ਼ਨ ਦਾ ਮਕਸਦ ਇਹੀ ਹੈ। ਚਲੋ ਠੀਕ ਆ, ਅੱਜ ਦੀ ਮੀਟਿੰਗ ਅੱਛੀ ਰਹੀ ਔਰ ਆਪਾਂ ਔਨ ਟਾਈਮ ਇਹਨੂੰ ਕਲੋਜ਼ ਵੀ ਕਰ ਰਹੇ ਹਾਂ ਔਰ ਆਪਣੇ ਇਸ਼ੂਜ਼ ਸਾਰੇ ਡਿਸਕਸ ਹੋ ਗਏ, ਸੈਟਲ ਹੋ ਗਏ। ਬਿਲਕੁਲ। ਚਲੋ ਆਈ ਥੈਂਕ ਐਵਰੀਬਾਡੀ ਔਨ ਬਿਹਾਫ ਆਫ ਓਪੀਏ, ਔਰ ਤੁਸੀਂ ਆਪਣਾ ਟਾਈਮ ਕੱਢਿਆ ਸੰਡੇ ਨੂੰ, ਐਂਡ ਥੈਂਕਸ ਟੂ ਕਮਲ ਜੀ ਜਿਹੜੇ ਇੰਨੇ ਐਫਰਟਸ ਕਰਦੇ ਆ। ਆਈ ਥਿੰਕ ਵੀ ਮਸਟ ਅਪਲਾਡ ਐਂਡ ਕਿਉਂਕਿ ਇਟਸ ਆਲ ਬਿਕੋਜ਼ ਆਫ ਤੁਹਾਡੀਆਂ ਐਫਰਟਸ ਨੇ। ਨੋ ਡਾਊਟ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਸਾਰੇ ਬੰਦੇ ਨਾਲ ਚੱਲਣ, ਤੁਹਾਡੀਆਂ ਐਫਰਟਸ ਨੂੰ ਐਕਨੋਲੇਜ ਕਰਨ। ਅਗਰ ਅੱਜ ਆਪਾਂ ਓਪੀਏ ਨੂੰ ਕਿਤੇ ਵੀ ਓਪੀਏ ਦਾ ਕੋਈ ਸਟੈਚਰ ਬਣਿਆ, ਇਹਦੇ ਵਿੱਚ ਖਾਲੀ ਨਾਮ ਨਾਲ ਨਹੀਂ ਬਣਿਆ, ਇਹਦੇ ਪਿੱਛੇ ਮਿਹਨਤ ਬਹੁਤ ਹੈਗੀ। ਉਹ 'ਚ ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਵੀ ਇਹ ਸਾਰਾ ਕ੍ਰੈਡਿਟ ਤੁਹਾਡੇ ਕੋਲੇ ਤੁਹਾਨੂੰ ਮਿਲਣਾ ਚਾਹੀਦਾ, ਬਿਕੋਜ਼ ਇਟਸ ਆਲ ਯੂਅਰ ਐਫਰਟ। ਔਰ ਚਲੋ ਆਪਣਾ ਕੰਮ ਆ ਕੋਸ਼ਿਸ਼ ਕਰਨਾ, ਮੈਂਬਰ ਇੱਕ ਨਾ ਇੱਕ ਦਿਨ ਆਪਣੇ ਆਪ ਹੀ ਇਸ ਚੀਜ਼ ਨੂੰ ਰਿਅਲਾਈਜ਼ ਕਰਨਗੇ। ਜਿੱਦਾਂ ਹੁਣ ਆਪਾਂ ਕਲਸਟਰ ਦਾ ਹੀ ਕਹੀਏ ਵੀ ਕਲਸਟਰ ਪਹਿਲਾਂ ਬੰਦਿਆਂ ਨੂੰ ਰੈਕੋਗਨਾਈਜ਼ ਨਹੀਂ ਕੀਤਾ, ਜੋ ਦੁਬਾਰਾ ਆਪਾਂ ਭੱਜ ਰਹੇ ਉਹਦੇ ਪਿੱਛੇ, ਹੋ ਸਕਦਾ ਚਲੋ ਇਹ ਵੀ ਅੱਛੀ ਗੱਲ ਆ। ਬਸ ਮੈਂ ਤਾਂ ਇਹੀ ਕਹੂੰਗਾ, ਇਹੀ ਕਹਿ ਰਿਹਾ ਵੀ ਚਲੋ ਕੋਈ ਨਹੀਂ, ਮੈਂ ਤਾਂ ਕਹਿ ਰਿਹਾ ਕਿ ਅਗਰ ਆਪਣੀਆਂ ਮੀਟਿੰਗਸ ਆਪਾਂ ਕਰਦੇ ਹਾਂ, ਬੰਦੇ ਨਹੀਂ ਵੀ ਆਉਂਦੇ, ਚਲੋ ਰਿਅਲਾਈਜ਼ ਕਰਦੇ ਹਾਂ ਬਾਅਦ ਚੋਂ, ਚਲੋ ਕੋਈ ਨਹੀਂ, ਇਹ ਵੀ ਅੱਛੀ ਗੱਲ ਆ। ਸਮਝੋ ਚਲੋ ਐਨੀਵੇ ਆਪਾਂ ਮੈਂਬਰਸ ਮਿਲ ਕੇ ਦੁਬਾਰਾ ਇਸ ਚੀਜ਼ ਦੀ ਕੋਸ਼ਿਸ਼ ਕਰਦੇ ਹਾਂ, ਆਪਣੀ ਕੋਸ਼ਿਸ਼ ਹਮੇਸ਼ਾ ਜਾਰੀ ਰਹੂਗੀ। ਚਲੋ ਆਪਾਂ ਠੀਕ, ਫਿਰ ਵੀ ਕੋਈ ਬੰਦੇ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਪਾਂ ਸਾਰੇ ਬੰਦੇ ਇਕੱਠੇ ਹੋ। ਸਰ ਇੱਕ ਗੱਲ ਪੁੱਛਣੀ ਸੀ ਵੈਸੇ, ਸਰ ਕਲਸਟਰ ਦੇ ਵਿੱਚ ਕੀ ਓਪੀਏ ਦਾ ਮੈਂਬਰ ਹੋਣਾ ਜ਼ਰੂਰੀ ਹੈ? ਨਹੀਂ ਕੋਈ ਜ਼ਰੂਰੀ ਨਹੀਂ, ਐਸਾ ਕੋਈ ਜ਼ਰੂਰੀ ਨਹੀਂ। ਐਕਚੁਅਲੀ ਇਸ ਤਰ੍ਹਾਂ ਹੈ ਕਿ ਜਿਹੜਾ ਓਪੀਏ ਦਾ ਮੈਂਬਰ ਜ਼ਰੂਰੀ ਸੀ ਉਹ ਕੰਮ ਖਤਮ ਹੋ ਗਿਆ। ਪਹਿਲਾ ਸਟੈਪ ਹੁੰਦਾ ਹੈ ਕਲਸਟਰ ਡਿਕਲੇਅਰ ਕਰਾਣਾ। ਕਲਸਟਰ ਅਲੱਗ ਚੀਜ਼ ਹੈ, ਆਪਾਂ ਸੀਐਫਸੀ ਬਣਾਉਣੀ ਹੈ। ਕਲਸਟਰ ਅਸੀਂ ਬਣਾ ਚੁੱਕੇ ਹਾਂ ਆਲਰੇਡੀ। ਅਸੀਂ ਇੱਕ ਗਵਰਨਮੈਂਟ ਨੂੰ ਪਿਛਲੇ 100 ਸਾਲ ਦਾ ਇਤਿਹਾਸ ਦਿਖਾ ਕੇ ਇਹ ਸਾਬਤ ਕਰਤਾ ਸੀ ਕਿ ਲੁਧਿਆਣਾ ਪ੍ਰਿੰਟਿੰਗ ਐਂਡ ਪੈਕੇਜਿੰਗ ਕਲਸਟਰ ਹੈ। ਸਭ ਤੋਂ ਪਹਿਲੀ ਟ੍ਰੇਡਰ ਮਸ਼ੀਨ ਲੁਧਿਆਣੇ ਬਣੀ ਸੀ। ਸਭ ਤੋਂ ਪਹਿਲਾਂ 15 ਫੋਰਟਨਾਈਟਲੀ ਲੁਧਿਆਣੇ ਛਪਿਆ ਸੀ। ਇੱਕ ਪੂਰੀ ਹਿਸਟਰੀ ਹੈ ਮੇਰੇ ਕੋਲ, ਉਹ ਦਿਖਾ ਕੇ ਗਵਰਨਮੈਂਟ ਕੋਲੋਂ ਅਸੀਂ ਡਿਕਲੇਅਰ ਕਰਾਤਾ ਕਿ ਲੁਧਿਆਣਾ ਇੱਕ ਪ੍ਰਿੰਟਿੰਗ ਐਂਡ ਪੈਕੇਜਿੰਗ ਕਲਸਟਰ ਹੈ। ਇਹ ਐਸੋਸੀਏਸ਼ਨ ਦਾ ਕੰਮ ਸੀ, ਉਹ ਹੋ ਗਿਆ। ਹੁਣ ਕੋਈ ਵੀ 20 ਬੰਦੇ ਇਕੱਠੇ ਹੋ ਕੇ ਇੱਥੇ ਐਸਪੀਵੀ ਬਣਾ ਸਕਦੇ। ਉਹ ਪ੍ਰਿੰਟਰ ਤਾਂ ਹੋਣਾ ਜ਼ਰੂਰੀ ਹੈ ਨਾ? ਹਾਂ ਪ੍ਰਿੰਟਰ ਨਹੀਂ, ਜੇ ਕੋਈ ਬਾਹਰਲੇ ਬੰਦਾ ਕੋਈ ਕਲਸਟਰ ਬਣਾਉਂਦੇ ਆ ਤਾਂ ਓਪੀਏ ਕੋਈ ਹੈਲਪ ਕਰੇਗਾ ਉਹਦੀ? ਕੋਈ ਓਪੀਏ ਦਾ ਕੰਮ ਹੈ ਹੀ ਨਹੀਂ, ਕੁਝ ਵਿੱਚ ਰੋਲ ਹੀ ਨਹੀਂ ਹੈ ਕੋਈ। ਸਾਡਾ ਕੰਮ ਤਾਂ ਖਤਮ ਹੋ ਗਿਆ ਨਾ।
एक्चुअली ओपीडी की करना है, उन तो सीएफसी बनेगी, उस सीएफसी ने अपने कागज सबमिट करने हैं गवर्नमेंट। सीएफसी बनेगी, सीएफसी बन के तो पोर्टल जाएगी थ्रू जीएमडीआईसी टू पंजाब गवर्नमेंट, फिर पंजाब गवर्नमेंट को आएगी इधर जड़ा दफ्तर है एमएसएमई का, उधर आएगी, वो पास करेंगे, वो पास करेंगे, देन इट विल गो टू द सेंटर, फिर सेंटर तो पास हो गया, इससे चैनल थोड़ा आ सकते हैं। ये तरीका ਤੇ ਕਲਸਟਰ ਇੱਕ ਤੋਂ ਵੱਧ ਵੀ ਬਣ ਸਕਦੇ ਆ ਜਾਂ ਇੱਕੋ ਹੀ ਕਲਸਟਰ? जिन्ना मर्जी भी बंदे इकट्ठे होंगे, 20 बंदे चाहिए हैं क्लस्टर। हम जिन्ने क्लस्टर नहीं है ਉਹਨੂੰ ਐਸਪੀਵੀ ਕੋ क्लस्टर ਦਾ ਆਲਰੇਡੀ ਲੁਧਿਆਣਾ ਡਿਕਲੇਅਰ ਹੋ ਗਿਆ, ਉਹ ਸਾਡੇ ਕੋਲ ਪੇਪਰ ਹੈਗਾ, ਲੁਧਿਆਣਾ ਅਸੀਂ ਡਿਕਲੇਅਰ ਕਰਾਇਆ, ਪ੍ਰਿੰਟਿੰਗ ਐਂਡ ਪੈਕੇਜਿੰਗ ਉਹ ਆਫਸੈਟ ਪ੍ਰਿੰਟਰ ਐਸੋਸੀਏਸ਼ਨ ਦਾ ਕੰਮ ਹੈ। ਹੁਣ ਤਾਂ ਐਸਪੀਵੀ ਬਣਨੀ ਹੈ, ਕੋਈ ਵੀ 20 ਬੰਦੇ ਇਕੱਠੇ ਹੋ ਕੇ ਪ੍ਰੋਜੈਕਟ ਲੈ ਕੇ ਜਾਓਗੇ, ਇੱਥੇ ਲੁਧਿਆਣੇ ਦਾ ਅਸੀਂ ਪ੍ਰੋਜੈਕਟ ਲਗਾਉਣਾ ਚਾਹੁੰਦੇ ਹਾਂ, क्लस्टर ਆਲਰੇਡੀ ਡਿਕਲੇਅਰਡ है। ठीक है सर, ठीक है सर, थैंक यू वेरी मच, थैंक यू एवरीबॉडी, थैंक यू, गुड डे, बाय। ਥੈਂਕ ਯੂ।